ਦੀਸਾ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬਿਗਨ ਬਿਨਾਸਨ ਸੋਏ। ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਇਸ ਪ੍ਰਕਾਰ ਕੁਝ ਦਿਵਸ ਬਿਤਾਏ। ਦਿਨ ਪ੍ਰਤ ਬਿਦਤੇ ਜਗ ਅਧਿਕਾਏ। ਦਿੱਲੀ ਕਾ ਹੁਮਾਊਂ ਪਾਸ਼ਾਹੂ। ਪਇਓ ਰਾਜ ਵੱਡ ਸਭ ਜਗ ਮਾਹੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ। ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ। ਐਸੇ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ जुड़ बैठी गुरु की साजी और नवाजी हुई। गुरु का खास रूप गुरु खालसा साध संगत। वड्डिया भागां वाले हो के संध्या वेले दे सजे हुए दीवानां च गुरु चरनां च हाजरियां भर के सतगुरु श्री गुरु अंगद देव साहब जी महाराज जी दी पावन पवित्र इतिहास दी चल रही लड़ीवार कथा आप जी बहुत ही अदब सत्कार भावना सहित सरवण कर रहे हो। जगत गुरु श्री गुरु अंगद देव साहब जी महाराज जी की परख करन लई गोरखनाथ और उहदे नाल उहदी सारी सिद्ध मंडली श्री खडूर साहब महाराज जी के चरनां च हाजिर होई। योग दे संबंधी विचार चर्चा चली है। गोरखनाथ जी कहन लगे जी अष्टांग डंडोत तो बिना अष्टांग योग तो बिना अंतःकरण की शुद्धि नहीं हुंदी ते तुसीं अपने सिखां नूं योग नहीं बख्शिया। इन्हां दी कल्याण किवें होवेगी। सतगुरां ने बचन कीता असीं सतगुरु गुरु नानक साहब जी वल्लों बख्शिश कीता गया भगती योग अपने सिखां नूं दिता है। जिस भगत योग नाले जीवन मुक्त अवस्था नूं प्राप्त करते हैं। ਜਿਹੜੀਆਂ ਤੁਹਾਡੀਆਂ ਇਹ योग ਦੀਆਂ ਨਿਸ਼ਾਨੀਆਂ ਨੇ ਖਿੰਥਾ ਡੰਡਾ ਆਦਿਕ ਜਾਂ ਸਵਾਹ ਆਦਿਕ ਸਰੀਰ ਤੇ ਮਲਣੀ ਚਿੱਪੀ ਫੜਨੀ ਸਿੰਗੀ ਵਜਾਉਣੀ ਇਹਨਾਂ ਵਿੱਚ ਯੋਗ ਨਹੀਂ। ਯੋਗ ਦਾ ਮਤਲਬ ਹੈ ਸੁਰਤ ਦਾ ਉਸ ਨਿਰੰਕਾਰ ਦੇ ਚਰਨਾਂ ਨਾਲ ਜੁੜ ਜਾਣਾ। ਇਸੇ ਨੂੰ ਯੋਗ ਕਹਿੰਦੇ ਹਨ। ਜਦੋਂ ਮਨ ਦੀਆਂ ਸਾਰੀਆਂ ਵਿਰਤੀਆਂ ਨੂੰ ਰੋਕ ਲੈਣਾ ਮਨ ਇਕਾਗਰ ਹੋ ਜਾਣਾ ਉਸ ਨੂੰ ਯੋਗ ਕਹਿੰਦੇ ਹਨ। ਤਾਂ ਉਹ ਪਰਮੇਸ਼ਰ ਦੀ ਭਗਤੀ ਯੋਗ ਵਿੱਚੋਂ ਹੀ ਇਹ ਸਹਿਜ ਯੋਗ ਦੀ ਪ੍ਰਾਪਤੀ ਗੁਰੂ ਕੇ ਸਿੱਖਾਂ ਨੂੰ ਹੋ ਜਾਂਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤਾ ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਭਸਮ ਚੜਾਈਐ। ਇਹ ਸ਼ਬਦ ਦੀ ਵਿਚਾਰ ਆਪ ਜੀ ਨੇ ਕੱਲ ਸਰਵਣ ਕੀਤੀ ਹੈ। ਸਿੱਧ ਸਤਿਗੁਰਾਂ ਦੀ ਸਿਫਤ ਕਰਦਿਆਂ ਵਾਪਸ ਪਰਤੇ ਹਨ। ਆਓ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ। ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ।
ਇਸ ਪ੍ਰਕਾਰ ਕੁਝ ਦਿਵਸ ਬਿਤਾਏ। ਇਸੇ ਪ੍ਰਕਾਰ ਨਾਲ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਜੀਵਾਂ ਦਾ ਭਲਾ ਕਰ ਰਹੇ ਨੇ। ਸ੍ਰੀ ਖਡੂਰ ਸਾਹਿਬ ਵਿਖੇ ਬਿਰਾਜਮਾਨ ਹਨ। ਦਿਨ ਪ੍ਰਤ ਬਿਦਤੇ ਜਗ ਅਧਿਕਾਈ। ਦਿਨ ਪ੍ਰਤੀ ਦਿਨ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੋਭਾ, ਸਤਿਗੁਰਾਂ ਦੀ ਵਡਿਆਈ ਚੌਂ ਚੱਕਾਂ ਦੇ ਵਿੱਚ ਪ੍ਰਗਟ ਹੋ ਰਹੀ ਹੈ। ਦਿੱਲੀ ਕਾ ਹੁਮਾਊਂ ਪਾਸ਼ਾਹੂ। ਜਦੋਂ ਸਤਿਗੁਰੂ ਜੀ ਗੁਰਗੱਦੀ ਤੇ ਬਿਰਾਜਮਾਨ ਸਨ, ਉਹਨੇ ਦਿਨੇ ਦਿੱਲੀ ਦੇ ਤਖਤ ਦੇ ਉੱਤੇ ਦਿੱਲੀ ਦਾ ਬਾਦਸ਼ਾਹ ਹਮਾਯੂ ਬੈਠਾ ਸੀ। ਭਇਓ ਰਾਜ ਵੱਡ ਸਭ ਜਗ ਮਾਉ। ਬਾਦਸ਼ਾਹ ਹਮਾਯੂ ਦਾ ਬੜਾ ਵੱਡਾ ਪ੍ਰਤਾਪ ਸੀ, ਬੜਾ ਵੱਡਾ ਰਾਜ ਭਾਗ ਸੀ। ਦ્વੈ ਪ੍ਰਾਤਾ ਪਠਾਨ ਵੱਡ ਸੂਰੇ। ਪਰ ਇਹਦਾ ਰਾਜ ਭਾਗ ਕੁਝ ਸਮੇਂ ਲਈ ਖੁੱਸਿਆ। ਹੁਣ ਉਹ ਕਥਾ ਭਾਈ ਸਾਹਿਬ ਜੀ ਦੱਸਣ ਲੱਗੇ ਨੇ। ਖਾਲਸਾ ਜੀ ਬਿਹਾਰ ਸਟੇਟ ਦੇ ਵਿੱਚ ਪਟਨਾ ਸਾਹਿਬ ਨੂੰ ਜਾਂਦਿਆਂ ਰਸਤੇ ਵਿੱਚ ਇੱਕ ਨਗਰ ਆਉਂਦਾ ਹੈ ਸਸਾਰਾਮ। ਸਸਰਾਮ ਵੀ ਉਹਨੂੰ ਕਹਿ ਦਿੰਦੇ ਨੇ। ਇਹ ਉਹ ਪਵਿੱਤਰ ਨਗਰ ਹੈ ਜਿੱਥੇ ਸਤਿਗੁਰੂ 9ਵੇਂ ਪਾਤਸ਼ਾਹ ਨੇ ਆਪਣੇ ਚਰਨ ਪਾ ਕੇ ਇਸ ਨਗਰ ਨੂੰ ਭਾਗਸ਼ਾਲੀ ਬਣਾਇਆ। ਮਹਾਨ ਤਤਵੇਤਾ ਮਹਾਂਪੁਰਸ਼ ਚਾਚਾ ਫੱਗੂ ਮੱਲ ਜੀ ਇਸ ਨਗਰ ਦੇ ਵਸਿੰਦੇ ਸੀ, ਜਿਨ੍ਹਾਂ ਨੂੰ 9ਵੇਂ ਪਾਤਸ਼ਾਹ ਨੇ ਜਾ ਕੇ ਕਿਰਤਾਰਥ ਕੀਤਾ। ਇਸੇ ਸਸਾਰਾਮ ਨਗਰ ਦੇ ਦੋ ਜਿਹੜੇ ਵੱਡੇ ਮੀਰ ਲਾਏ ਗਏ ਸਨ ਪਠਾਨ, ਇਹ ਪਿਓ ਪੁੱਤਰ ਸਨ। ਪਿਓ ਦਾ ਨਾਮ ਸ਼ੇਰ ਸ਼ਾਹ ਸੂਰੀ ਸੀ ਔਰ ਪੁੱਤਰ ਦਾ ਨਾਮ ਸਲੇਮ ਸ਼ਾਹ ਸੀ। ਇਹ ਉੱਥੋਂ ਦੇ, ਕਿਉਂਕਿ ਸ਼ੇਰ ਸ਼ਾਹ ਸੂਰੀ ਦਾ ਜਿਹੜੀ ਕਬਰ ਹੈ ਉਹ ਅੱਜ ਵੀ ਉੱਥੇ ਸਸਾਰਾਮ ਵਿੱਚ ਦੱਸੀ ਜਾਂਦੀ ਹੈ। ਹਮਾਯੂ ਨੂੰ ਹਰਾ ਕੇ ਇਹਨੇ ਤਖਤ ਪ੍ਰਾਪਤ ਕੀਤਾ ਸੀ ਦਿੱਲੀ ਦਾ। ਉਹਦਾ ਜ਼ਿਕਰ ਇੱਥੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ ਕਿ ਦੋ ਇਹ ਪਠਾਨ ਹੋਏ, ਸ਼ੇਰ ਸ਼ਾਹ ਸੂਰੀ ਤੇ ਸਲੇਮ ਸ਼ਾਹ। ਬਾਡੇ ਉਮਰਾਵ ਸੁਕੀਨ ਹਦੂਰੇ। ਇਹ ਬੜੇ ਵੱਡੇ ਉਮਰਾਵ ਸਨ, ਬੜੇ ਯੋਧੇ ਜਰਨੈਲ ਪਠਾਨ ਸਨ। ਬਿਗਰ ਪਰੇ ਦਿੱਲੀ ਪਤੀ ਸੰਗ। ਇਹ ਦਿੱਲੀ ਦੇ ਬਾਦਸ਼ਾਹ ਹਮਾਯੂ ਨਾਲ ਵਿਗੜ ਗਏ। ਬਾਦਸ਼ਾਹ ਹਮਾਯੂ ਦੇ ਖਿਲਾਫ ਇਹਨਾਂ ਦੋਨਾਂ ਪਠਾਨਾਂ ਨੇ ਬਗਾਵਤ ਜੰਗ ਕਰ ਦਿੱਤੀ। ਗਰਬ ਠਾਨ ਚਾਹਤ ਭੇ ਜੰਗ। ਹੁਣ ਇੰਨਾ ਜ਼ਿਆਦਾ ਬਗਾਵਤ ਕੀਤੀ ਕਿ ਇਹ ਹਮਾਯੂ ਨਾਲ ਹੁਣ ਜੰਗ ਲੜਨ ਨੂੰ ਤਿਆਰ ਹੋਏ ਨੇ, ਜੰਗ ਲੜਨਾ ਚਾਹੁੰਦੇ ਹਨ ਹਮਾਯੂ ਨਾਲ। ਇੱਕ ਸਲੇਮ ਸ਼ਾਹ ਤਿਸ ਨਾਮ। ਇੱਕ ਪਠਾਨ ਇਹਨਾਂ ਵਿੱਚੋਂ ਸਲੇਮ ਸ਼ਾਹ ਉਹਦਾ ਨਾਮ ਹੈ। ਸ਼ੇਰ ਸ਼ਾਹ ਦੂਸਰ ਬਲਤਾਮ। ਤੇ ਦੂਸਰਾ ਜਿਹੜਾ ਪਠਾਨ ਹੈ ਉਹਦਾ ਨਾਮ ਸ਼ੇਰ ਸ਼ਾਹ ਹੈ। ਸ਼ੇਰ ਸ਼ਾਹ ਕਹਿੰਦੇ ਦਾ ਨਾਮ ਤਾਂ ਪਿਆ, ਇਹਨੇ ਸ਼ੇਰ ਦਾ ਸ਼ਿਕਾਰ ਕੀਤਾ ਹੱਥਾਂ ਨਾਲ, ਉੱਥੋਂ ਇਹਦਾ ਨਾਮ ਸ਼ੇਰ ਸ਼ਾਹ ਪੈ ਗਿਆ। ਬੜਾ ਜਰਨੈਲ ਯੋਧਾ ਸੀ। ਆਕੀ ਦੁਰਗ ਪ੍ਰਯਾਗ ਕਰ ਲੀਨਾ। ਪ੍ਰਯਾਗਰਾਜ ਜਿਹੜਾ ਕਿਲਾ ਹੈ, ਇਲਾਹਾਬਾਦ ਜਿਹਨੂੰ ਕਹਿੰਦੇ ਆ, ਪ੍ਰਯਾਗਰਾਜ ਦੇ ਵਿੱਚ ਆ ਕੇ ਨਾ ਦੋਨਾਂ ਪਠਾਨਾਂ ਨੇ ਉੱਥੋਂ ਦਾ ਕਿਲਾ ਆਕੀ ਕਰ ਲਿਆ। ਉੱਥੇ ਆ ਕੇ ਇਹਨਾਂ ਨੇ ਬਗਾਵਤ ਦਾ ਝੰਡਾ ਝੁਲਾ ਦਿੱਤਾ ਤੇ ਇਲਾਹਾਬਾਦ ਦੇ ਕਿਲੇ ਵਿੱਚ ਆ ਕੇ ਆਕੀ ਹੋ ਗਏ ਦੋਵੇਂ ਪਠਾਨ। ਸਕਲ ਸਮਾਜ ਯੁੱਧ ਕੋ ਕੀਨਾ। ਇੱਥੇ ਪ੍ਰਯਾਗਰਾਜ ਦੇ ਕਿਲੇ ਵਿੱਚ ਇਹਨਾਂ ਨੇ ਸਾਰਾ ਯੁੱਧ ਦਾ ਸਮਾਨ, ਜੰਗ ਦੇ ਲੜਨ ਵਾਸਤੇ ਜੋ ਜੋ ਅਸਬਾਬ ਚਾਹੀਦਾ ਸੀ, ਇਸ ਕਿਲੇ ਵਿੱਚ ਇਕੱਠਾ ਕਰਕੇ ਰੱਖ ਲਿਆ। ਸੁਨ ਹਮਾਯੂ ਨੇ ਕੀਨ ਚੜਾਈ। ਜਦੋਂ ਹਮਾਯੂ ਬਾਦਸ਼ਾਹ ਨੇ ਸੁਣਿਆ ਕਿ ਮੇਰੇ ਖਿਲਾਫ ਬਗਾਵਤ ਦਾ ਝੰਡਾ ਚੁੱਕ ਕੇ ਇਲਾਹਾਬਾਦ ਵਿੱਚ ਪ੍ਰਯਾਗਰਾਜ ਵਿੱਚ ਬੈਠੇ ਨੇ ਦੋਵੇਂ ਪਠਾਨ, ਤਾਂ ਹਮਾਯੂ ਆਪਣੀ ਸਾਰੀ ਫੌਜ ਲੈ ਕੇ ਹਮਲਾਵਰ ਹੋ ਕੇ ਪ੍ਰਯਾਗਰਾਜ ਗਿਆ। ਮੋਪੇ ਸੈਨਾ ਬੋ ਸਮੁਦਾਈ। ਇਹਦੇ ਕੋਲ ਕਹਿੰਦਾ ਮੈਂ ਕੋਈ ਘੱਟ ਹਾਂ ਬਾਦਸ਼ਾਹ ਹਿੰਦੁਸਤਾਨ ਦਾ, ਮੇਰੇ ਕੋਲ ਬਹੁਤ ਜ਼ਿਆਦਾ ਵੱਡੀ ਭਾਰੀ ਫੌਜ ਹੈ। ਇਨਕੇ ਨਿਕਟ ਅਲਪਈ ਆਏ। ਉਹਨਾਂ ਪਠਾਨਾਂ ਦੇ ਕੋਲ ਥੋੜੀ ਜਿੰਨੀ ਮੁੱਠੀ ਭਰ ਫੌਜ ਹੈ, ਉਹ ਮੇਰਾ ਕੀ ਮੁਕਾਬਲਾ ਕਰਨਗੇ, ਭਲਾ ਮੇਰੇ ਨਾਲ ਕੀ ਲੜਨਗੇ। ਹੱਥੋਂ ਕੇ ਬਾਂਧੋਂ ਚੜ ਇਮ ਚਾਹੇ। ਜਾਂ ਮੈਂ ਉਹਨਾਂ ਨੂੰ ਮਾਰ ਮੁਕਾਵਾਂਗਾ ਤੇ ਜਾਂ ਫਿਰ ਬੰਨ ਕੇ ਦੋਨਾਂ ਨੂੰ ਕੈਦ ਕਰ ਲਵਾਂਗਾ। ਪਹੁੰਚ ਪ੍ਰਯਾਗ ਜੰਗ ਕੋ ਠਾਨਾ। ਇਹ ਧਾਰਨਾ ਬਣਾ ਕੇ, ਇਹ ਬਿਰਤੀ ਠਾਣ ਕੇ ਬਾਦਸ਼ਾਹ ਹਮਾਯੂ ਨੇ
ਪ੍ਰਯਾਗਰਾਜ ਦੇ ਉੱਤੇ ਜਿੱਥੇ ਕਿਲੇ ਵਿੱਚ ਉਹ ਦੋਵੇਂ ਆਕੀ ਸਨ ਪਠਾਨ ਸ਼ੇਰ ਸ਼ਾਹ ਸੂਰੀ ਤੇ ਸਲੇਮ ਸ਼ਾਹ, ਉਹਨਾਂ ਉੱਤੇ ਹਮਲਾ ਬੋਲ ਦਿੱਤਾ, ਜੰਗ ਕਰਨ ਵਾਸਤੇ ਹੱਲਾ ਬੋਲ ਦਿੱਤਾ ਫੌਜ ਸਮੇਤ। ਤੋਂ ਦਿਸ਼ ਬਾਜੇ ਬਜੇ ਮਹਾਨਾ। ਹੁਣ ਜਦੋਂ ਫੌਜਾਂ ਆਮੋ ਸਾਹਮਣੇ ਹੋਈਆਂ, ਉਹ ਕਿਲੇ ਵਿੱਚ ਸਨ, ਕਿਲੇ ਤੋਂ ਬਾਹਰ ਹੈ ਹਮਾਇੂ। ਹੁਣ ਫੌਜਾਂ ਦੇ ਆਮੋ ਸਾਹਮਣੇ ਦੋਹਾਂ ਪਾਸਿਓਂ ਨਗਾਰੇ ਵੱਜੇ ਨੇ, ਚੋਭਾਂ ਵੱਜੀਆਂ ਨੇ। ਨਿਕਸੀ ਤਬ ਪਠਾਨ ਦਵੈ ਪਾਈ। ਦੋਵੇਂ ਯੋਧੇ ਜਿਹੜੇ ਸ਼ੇਰ ਸ਼ਾਹ ਸੂਰੀ ਤੇ ਸਲੇਮ ਸ਼ਾਹ ਸਨ, ਇਹ ਪ੍ਰਯਾਗਰਾਜ ਕਿਲੇ ਦੇ ਵਿੱਚੋਂ ਬਾਹਰ ਨਿਕਲੇ ਤਲਵਾਰਾਂ ਧੂ ਕੇ ਲੜਨ ਵਾਸਤੇ। ਲਸ਼ਕਰ ਮਿਲਤੇ ਮਚੀ ਲੜਾਈ। ਜਦੋਂ ਆਮੋ ਸਾਹਮਣੇ ਲਸ਼ਕਰ ਮਿਲੇ, ਬਹੁਤ ਜ਼ਿਆਦਾ ਭਿਆਨਕ ਭੇੜ ਮਚਿਆ, ਲੜਾਈ ਹੋਈ, ਜੰਗ ਹੋਇਆ। ਤਬੇ ਪਠਾਨ ਗਈ ਕਿਰਪਾਨੇ। ਦੋਨਾਂ ਪਠਾਨਾਂ ਨੇ ਹੱਥਾਂ ਵਿੱਚ ਤਲਵਾਰਾਂ ਫੜੀਆਂ, ਕਿਰਪਾਨਾਂ ਫੜੀਆਂ। ਪਏ ਸਮੁਖ ਗਨ ਸੁਪਟ ਨਹਾਨੇ। ਸਾਹਮਣੇ ਆ ਕੇ ਲੜੇ ਹਮਾਇੂ ਦੀਆਂ ਫੌਜਾਂ ਦੇ, ਮੁਗਲਾਂ ਦੇ, ਔਰ ਬੜਾ ਘਮਾਸਾਨ ਭਿਆਨਕ ਜੰਗ ਹੋਇਆ। ਬੜੇ ਬੜੇ ਯੋਧੇ ਸੂਰਮੇ ਪਠਾਨਾਂ ਨੇ ਆਪਣੀ ਤਲਵਾਰ ਦੀ ਭੇਟ ਮੌਤ ਦੇ ਘਾਟ ਉਤਾਰ ਦਿੱਤੇ। ਕਹੋ ਕਹਾਂ ਲਗ ਜੁੱਧ ਅਖਾਰਾ। ਕਹਿੰਦੇ ਕਿੱਥੋਂ ਤੱਕ ਦਸੀਏ ਵੀ ਕਿੰਨਾ ਭਿਆਨਕ ਯੁੱਧ ਹੋਇਆ, ਕਿੰਨੀ ਜ਼ਿਆਦਾ ਭਿਆਨਕ ਲੜਾਈ ਹੋਈ, ਜੰਗ ਹੋਇਆ। ਉਹਦਾ ਵਰਣਨ ਕਿੱਥੋਂ ਤੱਕ ਕਰਕੇ ਦਸੀਏ। ਲੋਤੇ ਬਿਤਰੀ ਧਰਾ ਮਝਾਰਾ। ਦੂਰ ਦੂਰ ਤੱਕ ਰਣ ਭੂਮੀ ਵਿੱਚ ਲਾਸ਼ਾਂ ਹੀ ਲਾਸ਼ਾਂ ਖਿਲ ਰਹੀਆਂ ਦਿਸਦੀਆਂ ਨੇ। ਇਉਂ ਜਾਪਦਾ ਜਿਵੇਂ ਮੁਰਦਿਆਂ ਦੇ ਥੇ ਬਣ ਗਏ ਹੋਣ। ਜਬੇ ਬ੍ਰਿੰਦ ਤਰਵਾਰੇ ਚਾਲੀ। ਜਦੋਂ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਤਲਵਾਰਾਂ ਰਣ ਭੂਮੀ 'ਚ ਚੱਲੀਆਂ। ਰੰਗ ਭੂਮਿਕਾ ਪਸਰੀ ਲਾਲੀ। ਰਣ ਭੂਮੀ ਦਾ ਰੰਗ ਲਾਲ ਸੁਰਖ ਹੋ ਗਿਆ, ਸਾਰੀ ਧਰਤੀ ਲਾਲ ਸੁਰਖ ਹੋ ਗਈ। ਇਉਂ ਜਾਪਦਾ ਮਾਨੋ ਧਰਤੀ ਨੇ ਲਾਲ ਰੰਗ ਦੀ ਸੂਈ ਚੁੰਨੀ ਆਪਣੇ ਉੱਤੇ ਓੜ ਲਈ ਹੋਵੇ। ਪਾਤਸ਼ਾਹ ਕੋ ਲਸ਼ਕਰ ਭਾਗਾ। ਪਠਾਨਾਂ ਦਾ ਹਮਲਾ, ਸ਼ੇਰ ਸ਼ਾਹ ਸੂਰੀ ਦਾ ਹਮਲਾ ਇਹੋ ਜਿਹਾ ਭਿਆਨਕ ਹਮਲਾ ਸੀ ਕਿ ਹਮਾਇੂ ਦੀ ਫੌਜ ਦੇ ਪੈਰ ਉਖੜ ਗਏ। ਮੂੰਹ ਤਾਣੇ ਹੋ ਕੇ ਹਮਾਇੂ ਦੀਆਂ ਫੌਜਾਂ ਭੱਜ ਗਈਆਂ। ਨਹੀਂ ਪਠਾਨਨ ਕੋ ਲੀਏ ਆਗਾ। ਪਠਾਨਾਂ ਦੇ ਸਾਹਮਣੇ ਖਲੋ ਕੇ ਲੜਨ ਜੋਗੇ ਨਾ ਰਹੇ, ਭੱਜ ਗਏ ਰਣ ਭੂਮੀ ਛੱਡ ਕੇ, ਕਾਇਰਾਂ ਵਾਂਗੂ ਪਿੱਠ ਵਿਖਾ ਕੇ। ਤਛਾ ਮੁੱਛ ਤਰਵਾਰਨ ਕਰਕੇ। ਤਲਵਾਰਾਂ ਦੇ ਨਾਲ ਤਛਾ ਮੁੱਛ ਹੋਈ। ਜਿਹੜੇ ਹੱਥੀ ਲੜਾਈ ਹੁੰਦੀ ਹੈ, ਛੋਟੇ ਹਥਿਆਰਾਂ ਨਾਲ, ਜਿਹੜੇ ਹੱਥਾਂ ਵਿੱਚ ਹੱਥਲੇ ਹਥਿਆਰ ਸ਼ਸਤਰਾਂ ਦੇ ਨਾਲ, ਉਹਦੇ ਨਾਲ ਕਟਾ ਵੱਢ ਹੋਈ ਰਣ ਭੂਮੀ ਵਿੱਚ। ਕਾਇਰ ਭਜੇ ਨਾ ਹੀਰਤ ਫਿਰ ਕੇ। ਕਾਇਰ ਇਹੋ ਜਿਹੇ ਭੱਜੇ ਵੀ ਮੁੜ ਕੇ ਨਹੀਂ ਵੇਖਦੇ ਪਿੱਛੇ, ਮੂੰਹ ਪਿੱਛੇ ਫੇਰ ਕੇ ਨਹੀਂ ਤੱਕਦੇ। ਇਹੋ ਜੀ ਭਾਜੜ ਪਈ ਕਾਇਰਾਂ ਗੀਦੀਆਂ ਵਿੱਚ। ਤਬ ਹਮਾਇੂ ਰਾਜਧਾਨੀ ਤਿਆਗੇ। ਉਧਰ ਹਮਾਇੂ ਨੇ ਆਪਣੀ ਰਾਜਧਾਨੀ, ਕਿਉਂਕਿ ਪਠਾਨਾਂ ਨੇ ਜਿਉਂ ਇਹਨਾਂ ਦੇ ਪੈਰ ਦੱਬੇ, ਪ੍ਰਯਾਗਰਾਜ ਤੋਂ ਜਿਉਂ ਚੱਲੇ ਦਿੱਲੀ ਤੱਕ ਪਹੁੰਚ ਗਏ। ਸ਼ੇਰ ਸ਼ਾਹ ਸੂਰੀ ਨੇ ਦਿੱਲੀ ਆ ਕੇ ਹਮਲਾ ਕਰ ਦਿੱਤਾ। ਹਮਾਇੂ ਦਿੱਲੀ ਛੱਡ ਕੇ ਆਪਣੀ ਰਾਜਧਾਨੀ ਛੱਡ ਕੇ ਭੱਜਿਆ। ਲਸ਼ਕਰ ਮਰਿਓ ਚਲਿਓ ਤਬ ਭਾਗੇ। ਹਮਾਇੂ ਦੀ ਬਹੁਤ ਵੱਡੀ ਗਿਣਤੀ ਦਾ ਜਿਹੜਾ ਲਸ਼ਕਰ ਸੀ, ਉਹ ਰਣ ਭੂਮੀ 'ਚ ਮਾਰਿਆ ਗਿਆ। ਜਿਹੜਾ ਬਚਿਆ ਉਹ ਇਹਨਾਂ ਪਠਾਨਾਂ ਨਾਲ ਜਾ ਰਲਿਆ, ਔਰ ਹਮਾਇੂ ਨੂੰ ਭਾਜੜ ਪੈ ਗਈ, ਰਾਜਧਾਨੀ ਛੱਡ ਕੇ ਜਾਣਾ ਪਿਆ। ਦਿੱਲੀ ਆਏ ਪਠਾਨਨ ਛੀਨੀ। ਇੱਕ ਵਾਰ ਫੇਰ ਪਠਾਨਾਂ ਨੇ ਦਿੱਲੀ ਨੂੰ ਆ ਕੇ ਜਿੱਤ ਲਿਆ। ਪਹਿਲਾਂ ਵੀ ਮੁਗਲਾਂ ਤੋਂ ਪਹਿਲਾਂ ਵੀ ਪਠਾਨ ਹੀ ਕਾਬਜ ਸਨ ਦਿੱਲੀ ਤੇ। ਮੁਗਲ ਕੁਝ ਸਮੇਂ ਲਈ ਆਏ, ਬਾਬਰ ਨੇ ਹਮਲਾ ਕੀਤਾ, ਹਮਾਇੂ ਰਾਜ ਕਰਦਾ ਰਿਹਾ। ਫਿਰ ਦੁਬਾਰਾ ਪਠਾਨਾਂ ਨੇ ਆ ਕੇ ਦਿੱਲੀ ਤੇ ਕਬਜ਼ਾ ਕਰ ਲਿਆ। ਆਪਣੀ ਦੋਈ ਫੇਰਨ ਕੀਨੀ। ਪਠਾਨਾਂ ਨੇ ਸ਼ੇਰ ਸ਼ਾਹ ਸੂਰੀ ਨੇ ਆਪਣੇ ਰਾਜ ਭਾਗ ਦੀ ਦੋਈ ਇਸ ਦਿੱਲੀ ਨਗਰ ਦੇ ਵਿੱਚ ਫੇਰ ਦਿੱਤੀ ਵੀ ਹੁਣ ਇਹ ਸਾਡੇ ਮਤਹਿਤ ਹੈ। ਵਿਆਕੁਲ ਵੈ ਹਮਾਇੂ ਤਬ ਕਹਿਓ। ਇੱਧਰ ਜਿਹੜਾ ਹਮਾਇੂ ਸੀ ਜਦੋਂ ਦਿੱਲੀੋਂ ਟੁਰਿਆ ਤੇ ਬੜਾ ਵਿਆਕੁਲ ਹੈ। ਰਾਜ ਭਾਗ ਜਿਸ ਬਾਦਸ਼ਾਹ ਦਾ ਖੋਇਆ ਗਿਆ ਹੋਵੇ ਉਹਨੇ ਵਿਆਕੁਲ ਹੋਣਾ ਹੀ ਸੀ, ਇਹ ਤਾਂ ਸੁਭਾਵਕ ਹੈ।
ਇਹ ਬੜਾ ਵਿਆਕੁਲ ਤੇ ਬੇਬਲ ਹੋ ਕੇ ਚੱਲਿਆ ਤੇ ਕਹਿਣ ਲੱਗਾ, ਸੇਵਕ ਨਿਜ ਨਜੀਕ ਜੋ ਲਇਓ। ਇਹਦੇ ਨਾਲ ਇਹਦੇ ਅਹਿਲਕਾਰ, ਇਹਦੇ ਕੁਝ ਸੇਵਕ ਸਨ, ਉਹਨਾਂ ਨਾਲ ਗੱਲਬਾਤ ਕਰਦਾ ਹੈ। ਸ੍ਰੀ ਨਾਨਕ ਕੋ ਸੇਵਕ ਪੂਰਾ। ਇੱਕ ਸੇਵਕ ਸੀ ਗੁਰੂ ਘਰ ਦਾ, ਜਿਹੜਾ ਹਮਾਯੂ ਦੇ ਨਾਲ ਨੌਕਰੀ ਕਰਦਾ ਸੀ, ਹੈ ਸੀ ਉਹ ਗੁਰੂ ਘਰ ਦਾ ਸੇਵਕ ਸਿੱਖ। ਉਹਦੇ ਨਾਲ ਉਹ ਗੱਲ ਕਰਕੇ ਕਹਿਣ ਲੱਗਾ ਵੀ ਤੂੰ ਗੁਰੂ ਨਾਨਕ ਸਾਹਿਬ ਦਾ ਸੇਵਕ ਹੈ, ਤੂੰ ਗੁਰੂ ਨਾਨਕ ਸਾਹਿਬ ਦਾ ਪੂਰਾ ਸਿੱਖ ਹੈ ਕਿ ਨਹੀਂ ਗਾਦੀ ਪਰ ਰੂਰਾ। ਇਹ ਦੱਸ ਵੀ ਇਸ ਵੇਲੇ ਗੁਰੂ ਨਾਨਕ ਸਾਹਿਬ ਜੀ ਜੋ ਪੂਰਨ ਨੇ, ਉਹਨਾਂ ਦਾ ਕੋਈ ਅੱਗੇ ਵਾਰਿਸ ਗੱਦੀ ਤੇ ਹੈ ਕਿ ਨਹੀਂ? ਹਮਾਯੂ ਕਹਿੰਦਾ। ਉਸ ਸੇਵਾਦਾਰ ਨੂੰ, ਆਪਣੇ ਨੌਕਰ ਨੂੰ ਪੁੱਛਦਾ ਹੈ, ਜਿਹੜਾ ਗੁਰੂ ਘਰ ਦਾ ਜਾਣਕਾਰ ਸੀ। ਕਹਿਣ ਲੱਗਾ ਵੀ ਗੁਰੂ ਨਾਨਕ ਸਾਹਿਬ ਜੀ ਤਾਂ ਸੁਣਿਆ ਸੱਚਖੰਡ ਚਲੇ ਗਏ ਨੇ, ਕਿ ਉਹਨਾਂ ਦੀ ਜਗ੍ਹਾ ਤੇ ਕੋਈ ਉਹਨਾਂ ਦਾ ਪੂਰਨ ਵਲੀ, ਜਿਹੜਾ ਉਹਨਾਂ ਦੀ ਗੱਦੀ ਦੇ ਉੱਤੇ ਹੋਵੇ, ਕਿ ਹੈ ਇਸ ਵਕਤ ਕੋਈ ਕਿ ਨਹੀਂ? ਤੈਸੋਂ ਕਰੇ ਮੇਲ ਹਮ ਜਾਈ। ਜੇ ਕੋਈ ਹੈ ਉਹਨਾਂ ਦੀ ਜਗ੍ਹਾ ਤੇ, ਤਾਂ ਫਿਰ ਮੈਂ ਉਹਨਾਂ ਨਾਲ ਜਾ ਕੇ ਮੁਲਾਕਾਤ ਕਰਾਂਗਾ, ਉਹਨਾਂ ਨਾਲ ਜਾ ਕੇ ਮਿਲਾਂਗਾ। ਮਮ ਪਿਤ ਬਾਬਰ ਤੈਂ ਤੇ ਪਾਈ। ਔਰ ਗੱਲਬਾਤ ਕਰਾਂਗਾ, ਉਹਨਾਂ ਨਾਲ ਜਾ ਕੇ ਪੁੱਛਾਂਗਾ ਕਿ ਮੇਰੇ ਪਿਤਾ ਬਾਬਰ ਨੇ ਜਿਹੜੀ ਵਡਿਆਈ ਪ੍ਰਾਪਤ ਕੀਤੀ ਹਿੰਦੁਸਤਾਨ ਦੀ ਪਾਤਸ਼ਾਹੀ, ਉਹ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਬਖਸ਼ੀ ਸੀ। ਕਈ ਪੁਸ਼ਤਾਂ ਦਾ ਰਾਜ ਗੁਰੂ ਨਾਨਕ ਸਾਹਿਬ ਜੀ ਨੇ ਮੇਰੇ ਵਡੇਰੇ ਨੂੰ, ਮੇਰੇ ਬਜ਼ੁਰਗ ਬਾਬਰ ਨੂੰ ਬਖਸ਼ਿਸ਼ ਕੀਤਾ ਸੀ। ਕਹੀ ਪੁਸ਼ਤ ਲੋ ਫਿਰਿਓ ਨਾ ਬੈਨਾ। ਉਹਨਾਂ ਕਿਹਾ ਸੀ ਵੀ ਪੁਸ਼ਤਾਂ ਤੱਕ ਤੇਰਾ ਰਾਜ ਰਹੇਗਾ, 7 ਪੁਸ਼ਤਾਂ ਤਾਈਂ। ਪਰ ਉਹਨਾਂ ਦਾ ਉਹ ਬਚਨ ਫੁਰਿਆ ਨਹੀਂ, ਜੋ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਸੀ ਵੀ ਪੁਸ਼ਤਾਂ ਦਾ ਰਾਜ ਹੋਵੇਗਾ ਤੇਰਾ। ਪਰ ਉਹ ਬਚਨ ਹਾਲੇ ਤਾਂ ਮੈਂ ਦੂਜੇ ਸਥਾਨ ਤੇ ਬੈਠਾ ਤੇ ਰਾਜ ਖੋਇਆ ਗਿਆ। ਗੁਰੂ ਨਾਨਕ ਸਾਹਿਬ ਜੀ ਦੇ ਕਹੇ ਗਏ ਬਚਨ ਪੂਰੇ ਨਹੀਂ ਹੋਏ, ਫੁਰੇ ਨਹੀਂ। ਬੂਝੇ ਤੈ ਸੋਜੈ ਉਰ ਪੈਨਾ। ਮੈਂ ਜਾ ਕੇ ਜੇ ਉਹਨਾਂ ਦੀ ਗੱਦੀ ਉੱਤੇ ਕੋਈ ਦੂਜਾ ਗੁਰੂ ਹੈ, ਉਹਨਾਂ ਨੂੰ ਜਾ ਕੇ ਪੁੱਛਾਂਗਾ ਵੀ ਐਸਾ ਕਿਉਂ ਹੋਇਆ, ਗੁਰੂ ਨਾਨਕ ਸਾਹਿਬ ਜੀ ਦਾ ਬਚਨ ਕਿਉਂ ਨਹੀਂ ਫੁਰਿਆ, ਸਾਡਾ ਰਾਜ ਭਾਗ ਕਿਉਂ ਖੋਇਆ ਗਿਆ। ਹਾਲਾਂਕਿ ਗੁਰੂ ਨਾਨਕ ਸਾਹਿਬ ਨੇ ਤਾਂ ਕਿਹਾ ਸੀ ਵੀ ਕਈ ਪੁਸ਼ਤਾਂ ਤੱਕ ਤੁਹਾਡਾ ਰਾਜ ਹੋਵੇਗਾ। ਤਬ ਵਜ਼ੀਰ ਨੇ ਕਹਾ ਸੁਨਾਈ। ਲਾਗੇ ਉਹ ਸਿਆਣਾ ਵਜ਼ੀਰ ਬੈਠਾ ਸੀ, ਹਮਾਯੂ ਨੂੰ ਕਹਿਣ ਲੱਗਾ, ਗੁਰ ਅੰਗਦ ਬੈਠੇ ਹੋ ਤਿਨ ਥਾਈ। ਕਹਿਣ ਲੱਗਾ, ਬਾਦਸ਼ਾਹ ਹਮਾਯੂ, ਇਸ ਵਕਤ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਬਾਬਾ ਫੇਰੂ ਨੰਦਨ ਤ੍ਰਿਹਣ ਕੁਲ ਸਿਰ ਮੋਰ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹਨ। ਆਰਫ ਕਾਮਲ ਵਲੀ ਵਿਲਾਇਤ। ਆਰਫ ਕਾਮਲ ਨੇ, ਵਲੀ ਨੇ ਸਾਰੀ ਵਿਲਾਇਤ ਦੇ ਦੇਸ਼ਾਂ ਵਿਦੇਸ਼ਾਂ ਦੇ, ਇਹ ਜਿਤਨੀ ਧਰਤੀ ਹੈ, ਇਹਨਾਂ ਸਾਰਿਆਂ ਦੇ ਉਹ ਮਾਲਕ ਹਨ। ਮਿਲ ਮਕਸੂਦ ਚਲੋ ਏ ਸਾਇਤ। ਤੇ ਜੇ ਚੱਲਣਾ ਤੇ ਫਿਰ ਉਹਨਾਂ ਨੂੰ ਚੱਲ ਕੇ ਮਿਲ, ਔਰ ਉਹਨਾਂ ਕੋਲੋਂ ਜਾ ਕੇ ਗੱਲਬਾਤ ਕਰਕੇ ਪਤਾ ਕਰ ਕੀ ਕਾਰਨ ਹੋਇਆ ਕਿ ਤੇਰਾ ਰਾਜ ਖੋਇਆ ਗਿਆ ਹੈ। ਭਲੋ ਵਿਚਾਰ ਆਪਨੇ ਕੀਨੋ। ਇਹ ਬਾਦਸ਼ਾਹ ਹਮਾਯੂ, ਇਸ ਗੱਲ ਦੀ ਤੁਸੀਂ ਚੰਗੀ ਵਿਚਾਰ ਕੀਤੀ ਹੈ, ਭਲੀ ਤੇ ਨੇਕ ਵਿਚਾਰ ਕੀਤੀ ਹੈ। ਸੁਣ ਕੇ ਬੂਝੋ ਤਿਨ ਇਹ ਪਦ ਜਿਨ ਦੀਨੋ। ਜਿਨ੍ਹਾਂ ਨੇ ਤੁਹਾਨੂੰ ਇਹ ਪਾਤਸ਼ਾਹੀਆਂ ਦਿੱਤੀਆਂ ਨੇ, ਜ਼ਰੂਰ ਉਹਨਾਂ ਨੂੰ ਜਾ ਕੇ ਮਿਲ ਕੇ ਪੁੱਛਣਾ ਚਾਹੀਦਾ ਹੈ। ਸੁਨਤ ਖਡੂਰ ਹਮਾਯੂ ਆਇਓ। ਪਤਾ ਕਰਕੇ ਵੀ ਕਿੱਥੇ ਨੇ? ਕਹਿੰਦੇ ਜੀ ਖਡੂਰ ਸਾਹਿਬ। ਬਾਦਸ਼ਾਹ ਹਮਾਯੂ ਜਦੋਂ ਦਿੱਲੀ ਇਹਦਾ ਖੁੱਸ ਗਿਆ ਰਾਜ ਭਾਗ, ਇਹ ਪੰਜਾਬ ਵੱਲ ਵਧਿਆ, ਚੱਲ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਨਗਰੀ ਸ੍ਰੀ ਖਡੂਰ ਸਾਹਿਬ ਚੱਲ ਕੇ ਆਇਆ। ਸ੍ਰੀ ਅੰਗਦ ਜੀ ਜਹਾਂ ਸੁਹਾਇਓ। ਖਡੂਰ ਸਾਹਿਬ ਸ੍ਰੀ ਦਰਬਾਰ ਸਾਹਿਬ ਮਹਾਰਾਜ, ਜਿੱਥੇ ਗੁਰੂ ਅੰਗਦ ਦੇਵ ਸਾਹਿਬ ਜੀ ਸ਼ੋਭਦੀਕ ਨੇ, ਉੱਥੇ ਚੱਲ ਕੇ ਪੁੱਜਾ। ਸੰਗ ਬਾਲਕਨ ਖੇਲਤ ਬੈਸੇ। ਦਿਨ ਦਾ ਤੀਸਰਾ ਪਹਿਰ ਸੀ। ਦਿਨ ਦੇ ਤੀਸਰੇ ਪਹਿਰ ਮਹਾਰਾਜ ਜੀ ਬੱਚਿਆਂ ਨਾਲ ਖੇਡਦੇ ਸਨ। ਗੁਰਦੁਆਰਾ ਮੱਲ ਖਾੜਾ ਸਾਹਿਬ ਪਹਿਲਵਾਨਾਂ ਕੋਲੋਂ ਕੁਸ਼ਤੀ ਕਰਾਉਂਦੇ ਸੀ। ਉੱਥੇ ਗੁਰੂ ਅੰਗਦ ਦੇਵ ਸਾਹਿਬ ਜੀ ਕੁਝ ਬਾਲਕਾਂ ਨਾਲ ਖੇਡ ਰਹੇ ਸਨ। ਹਰਖ ਸ਼ੋਕ ਜਿਨ ਮੈਨੇ ਕੈਸੇ। ਐਸੀ ਅਵਸਥਾ ਦੇ ਮਾਲਕ ਨੇ ਗੁਰੂ ਅੰਗਦ ਸਾਹਿਬ, ਜਿਨ੍ਹਾਂ ਨੂੰ ਨਾ ਹਰਖ ਹੈ ਤੇ ਨਾ ਸੋਗ ਹੈ।
ਸਾਨੂੰ ਕੁਝ ਮਿਲੇ ਖੁਸ਼ੀ ਹੁੰਦੀ ਹੈ, ਸਾਡੇ ਕੋਲੋਂ ਕੁਝ ਖੋਇਆ ਜਾਵੇ ਤੇ ਸਾਨੂੰ ਸੋਗ ਹੁੰਦਾ ਹੈ। ਪਰ ਮੇਰੇ ਸਾਹਿਬ, ਕੁਝ ਆਵੇ ਤੇ ਖੁਸ਼ੀ ਨਹੀਂ, ਕੁਝ ਚਲਾ ਜਾਵੇ ਤੇ ਸੋਗ ਨਹੀਂ। ਹਰਖ ਤੇ ਸੋਗ ਦੋਨਾਂ ਵਿੱਚ ਸਤਿਗੁਰਾਂ ਦੀ ਇੱਕ ਸਮਾਨ ਬਿਰਤੀ ਹੈ। ਬੰਧਨ ਠਾਨ ਹਮਾਇਓ ਖਰਿਓ। ਬਾਦਸ਼ਾਹ ਹਮਾਇੂ ਆਇਆ, ਸਤਿਗੁਰਾਂ ਨੂੰ ਬੰਦਨਾ ਕਰਕੇ ਖਲੋ ਗਿਆ। ਮਹਾਰਾਜ ਜੀ ਨੇ ਨਹੀਂ ਵੇਖਿਆ ਇਹਦੇ ਵੱਲ ਵੀ ਬਾਦਸ਼ਾਹ ਆਇਆ। ਸਤਿਗੁਰੂ ਜੀ ਬਾਲਕਾਂ ਨਾਲ ਖੇਡ ਰਹੇ ਸਨ, ਬੱਚੇ ਸਨ, ਉਹਨਾਂ ਨਾਲ ਲੀਲਾ ਕਰ ਰਹੇ ਨੇ, ਪਾਤਸ਼ਾਹ ਖੇਡ ਰਹੇ ਸਨ। ਉਹਨਾਂ ਨੂੰ ਮਹਾਰਾਜ ਪੜ੍ਹਾ ਰਹੇ ਨੇ, ਕਦੇ ਕੁਸ਼ਤੀ ਲੜਾ ਰਹੇ ਨੇ। ਉਹਨਾਂ ਦੀਆਂ ਖੇਡਾਂ ਵਿੱਚ ਮਹਾਰਾਜ ਜੀ ਵਿਅਸਤ ਸੀ। ਹਮਾਇੂ ਆਇਆ, ਬੰਦਨਾ ਕਰਕੇ ਮਹਾਰਾਜ ਜੀ ਦੇ ਕੋਲ ਨੇੜੇ ਖਲੋ ਗਿਆ। ਤਿਸ ਦਿਸ਼ ਰੁਖ ਗੁਰ ਨੈਕ ਨ ਕਰਿਓ। ਸਤਿਗੁਰੂ ਜੀ ਨੇ ਬਾਦਸ਼ਾਹ ਵੱਲ ਕੋਈ ਰੁਖ ਨਹੀਂ ਕੀਤਾ ਕਿ ਬਾਦਸ਼ਾਹ ਆਇਆ ਕਿ ਕੌਣ ਆਇਆ। ਜਾਣੀ ਜਾਣਦੇ ਸਭ ਕੁਝ ਨੇ, ਪਰ ਪਾਤਸ਼ਾਹ ਨੇ ਇਹਦੇ ਵੱਲ ਕੋਈ ਰੁਖ ਨਹੀਂ ਕੀਤਾ। ਪਰ ਚਤਰੇ ਬਾਲਕਨ ਜਾਤ। ਉਹਨਾਂ ਬਾਲਕਾਂ ਦੀ ਲੀਲਾ ਵਿੱਚ, ਉਹਨਾਂ ਬਾਲਕਾਂ ਦੀ ਖੇਡ ਵਿੱਚ ਹੀ ਮਹਾਰਾਜ ਜੀ ਪਰਚੇ ਰਹੇ। ਸਭ ਘਟ ਕੀ ਜਾਣਤ ਜਗਨਾਥ। ਐਸੇ ਸਤਿਗੁਰੂ ਜਿਹੜੇ ਸਾਰੇ ਘਾਟਾਂ ਦੇ ਅੰਦਰ ਦੀ ਜਾਣਨ ਵਾਲੇ ਜਗਤ ਦੇ ਨਾਥ ਨੇ, ਜਾਣਦੇ ਨੇ ਕਿਸ ਦੇ ਹਿਰਦੇ 'ਚ ਕੀ ਚੱਲ ਰਿਹਾ ਹੈ। ਤਬ ਹਮਾਇਓ ਮਨ ਕੂਪ ਅਭਿਸ਼ੇਕਾ। ਜਦੋਂ ਹਮਾਇੂ ਨੇ ਵੇਖਿਆ ਵੀ ਇਹ ਮੇਰੇ ਵੱਲ ਵੇਖਦੇ ਨਹੀਂ, ਪੁੱਛਦੇ ਨਹੀਂ, ਮੈਂ ਬੰਦਨਾ ਕਰਕੇ ਖੜਾ, ਤਾਂ ਉਸ ਵੇਲੇ ਹਮਾਇੂ ਦੇ ਮਨ ਵਿੱਚ ਬਹੁਤ ਜ਼ਿਆਦਾ ਗੁੱਸਾ ਆਇਆ। ਮੈਂ ਇਸ ਨੇ ਮੇਰੀ ਦਿਸ਼ ਦੇਖਾ। ਕਹਿਣ ਲੱਗਾ ਵੀ ਇਹ ਕਿਹੋ ਜਿਹਾ ਗੁਰੂ ਪੀਰ ਹੈ, ਮੈਂ ਬੰਦਨਾ ਕਰਕੇ ਕੋਲ ਖੜਾ, ਇਹਨਾਂ ਨੇ ਮੇਰੇ ਵੱਲ ਵੇਖਿਆ ਤੱਕ ਵੀ ਨਹੀਂ। ਦ્વੈ ਕਟਿਕਾ ਮੈਂ ਠਾਂਡੋ ਰਿਓ। 2 ਘੜੀਆਂ ਹੋ ਗਈਆਂ ਨੇ ਮੈਨੂੰ ਇੱਥੇ ਖੜਿਆ, ਕਛੂ ਪ੍ਰਭਾਵ ਨ ਮਨ ਮੈਂ ਲਇਓ। ਮੇਰੇ ਆਏ ਦਾ ਕੋਈ ਪ੍ਰਭਾਵ ਇਹਨਾਂ ਨੇ ਮੰਨਿਆ ਹੀ ਨਹੀਂ ਵੀ ਮੈਂ ਬਾਦਸ਼ਾਹ ਹਾਂ। ਮੇਰੇ ਆਉਣ ਦਾ ਪ੍ਰਭਾਵ ਨਹੀਂ ਮੰਨਿਆ ਇਹਨਾਂ ਨੇ। 2 ਘੜੀਆਂ ਮੈਨੂੰ ਖਲੋਤਿਆਂ ਹੋ ਗਏ ਨੇ, ਇਹਨਾਂ ਨੇ ਮੇਰੇ ਵੱਲ ਵੇਖਿਆ ਤੱਕ ਵੀ ਨਹੀਂ। ਇਹ ਬਿਰਤੀ ਹੁੰਦੀ ਆ ਕਈਆਂ ਦੀ, ਕਹਿੰਦੇ ਸਾਡਾ ਪ੍ਰਭਾਵ ਪਵੇ ਜਦੋਂ ਅਸੀਂ ਕਿਸੇ ਸਤਸੰਗ ਦੇ ਵਿੱਚ ਜਾਂ ਗੁਰੂ ਸਾਹਿਬ ਦੇ ਦਰਬਾਰਾਂ ਵਿੱਚ ਵੀ ਕਈ ਜਾ ਕੇ ਕਹਿੰਦੇ ਆਪਣਾ ਪ੍ਰਭਾਵ ਪਾਉਣਾ। ਖਾਲਸਾ ਜੀ, ਇੱਥੇ ਆਪਣਾ ਪ੍ਰਭਾਵ ਨਹੀਂ ਪਾਈਦਾ, ਗੁਰੂ ਦੇ ਪ੍ਰਭਾਵ ਨੂੰ ਕਬੂਲੀਦਾ ਹੈ। ਅਸੀਂ ਕੀ ਹਾਂ, ਸਾਡੀ ਕੀ ਪਦਵੀ ਹੈ, ਉਹ ਗੁਰੂ ਸਾਹਿਬ ਦੀ ਹਦੂਦ ਤੋਂ ਬਾਹਰ ਹੀ ਛੱਡ ਕੇ ਆਉਣੀ ਚਾਹੀਦੀ ਹੈ ਬਿਰਤੀ। ਸੇਵਕ ਭਾਵ ਬਣ ਕੇ, ਦਾਸ ਬਣ ਕੇ ਗੁਰੂ ਚਰਨਾਂ ਵਿੱਚ ਆਉਣ ਦੀ ਮਰਿਆਦਾ ਹੈ। ਇਹੀ ਸਿਖਾਣਾ ਸੀ ਮਹਾਰਾਜ ਜੀ ਨੇ ਹਮਾਇੂ ਨੂੰ। ਹਮਾਇੂ ਕਹਿੰਦਾ ਵੀ ਮੇਰਾ ਇਹਨਾਂ ਨੇ ਪ੍ਰਭਾਵ ਨਹੀਂ ਮੰਨਿਆ, ਮੈਂ ਹਿੰਦੁਸਤਾਨ ਦਾ, ਮੁਗਲਾਂ ਦਾ ਦੂਸਰਾ ਬਾਦਸ਼ਾਹ ਹਾਂ। ਗਇਓ ਰਾਜ ਮੈਂ ਹੋਇਓ ਦੀਨ। ਕੀ ਹੋ ਗਿਆ ਜੇ ਮੇਰਾ ਰਾਜ ਚਲਾ ਗਿਆ? ਰਿਹਾ ਤਾਂ ਮੈਂ ਬਾਦਸ਼ਾਹ ਹਾਂ, ਮੇਰਾ ਜੇ ਰਾਜ ਖੁੱਸ ਗਿਆ, ਮੈਂ ਦੀਨ ਹੋ ਗਿਆ। ਪਾਸ ਕਰੋ ਇਨ ਕੀਨ ਨ ਚੀਨ। ਮੈਂ ਇਹਨਾਂ ਦੇ ਪਾਸ ਆ ਕੇ ਖੜਾ ਤੇ ਇਹਨਾਂ ਨੇ ਮੇਰੇ ਵੱਲ ਤੱਕਿਆ ਵੀ ਨਹੀਂ, ਵੇਖਿਆ ਵੀ ਨਹੀਂ। ਉਚਿਤ ਮਾਰਬੇ ਹਿਰਦੇ ਵਿਚਾਰ। ਹਮਾਇੂ ਸੋਚਦਾ ਵੀ ਇਹੋ ਜਿਹੇ ਗੁਰੂ ਪੀਰ ਨੂੰ ਜੀਵਨ ਦਾ ਕੀ ਹੱਕ ਹੈ, ਇਹਨੂੰ ਤਾਂ ਮਾਰ ਦੇਣਾ ਚਾਹੀਦਾ, ਇਹਦਾ ਤਾਂ ਕਤਲ ਕਰ ਦੇਣਾ ਚਾਹੀਦਾ ਹੈ। ਧਰਿਓ ਹਾਥ ਕਬਜ਼ੇ ਤਲਵਾਰ। ਇਉਂ ਸੋਚ ਕੇ ਹਮਾਇੂ ਨੇ ਆਪਣੀ ਕਿਰਪਾਨ ਦੇ ਮੁੱਠੇ ਨੂੰ ਹੱਥ ਪਾ ਲਿਆ ਕਿ ਮੈਂ ਇਹਨਾਂ ਨੂੰ ਕਤਲ ਕਰ ਦਿਆਂ, ਕੱਟ ਦਿਆਂ, ਜਿਨ੍ਹਾਂ ਨੇ ਮੇਰਾ ਪ੍ਰਭਾਵ ਨਹੀਂ ਮੰਨਿਆ। ਮੈਂ ਬਾਦਸ਼ਾਹ ਹੁੰਨਾ, ਇਹਨਾਂ ਮੇਰੀ ਪਰਵਾਹ ਨਹੀਂ ਕੀਤੀ। 2 ਘੜੀਆਂ ਹੋ ਗਈਆਂ ਮੈਨੂੰ ਇੱਥੇ ਖੜਿਆ, ਪੁੱਛਿਆ ਤੱਕ ਨਹੀਂ ਕੌਣ ਹੈ, ਕਿੱਥੋਂ ਆਇਆ। ਇਹਨੇ ਮਨ ਵਿੱਚ ਬੜਾ ਰੋਸ ਧਾਰਨ ਕਰਕੇ ਵੀ ਇਹਨਾਂ ਨੂੰ ਕਤਲ ਕਰ ਦਿਆਂ, ਇਹ ਠਾਣ ਕੇ ਆਪਣੇ ਮਨ ਵਿੱਚ ਇਹਨੇ ਆਪਣੇ ਤਲਵਾਰ ਦੇ ਕਬਜ਼ੇ ਨੂੰ ਹੱਥ ਪਾਇਆ। ਹੱਥੋਂ ਖੇਂਚ ਕਰ ਉਰ ਮੈਂ ਠਾਨੇ। ਸੋਚਿਆ ਵੀ ਤਲਵਾਰ ਕੱਢ ਕੇ ਮਿਆਨ ਚੋਂ ਇਹਨਾਂ ਨੂੰ ਮਾਰ ਦੇਵਾਂ। ਤਬ ਮੋਕੋ ਇਹ ਸ਼ਾਹ ਪਛਾਨੇ। ਫਿਰ ਇਹਨਾਂ ਨੂੰ ਪਤਾ ਲੱਗੇਗਾ ਵੀ ਬਾਦਸ਼ਾਹ ਕੌਣ ਹੁੰਦੇ ਐ, ਫਿਰ ਇਹ ਜਾਣਨਗੇ ਮੈਨੂੰ ਵੀ ਮੈਂ ਸ਼ਾਹ ਹਾਂ, ਬਾਦਸ਼ਾਹ ਹਾਂ। ਉਦੈ ਪਇਓ ਐ ਚਨ ਕੋ ਜਬੈ। ਜਦੋਂ ਇਹਨੇ ਆਪਣਾ ਹੱਥ ਪਾਇਆ ਨਾ ਕਿਰਪਾਨ ਦੇ ਤਲਵਾਰ ਦੇ ਕਬਜ਼ੇ ਨੂੰ, ਤੇ ਖਿੱਚਣ ਵਾਸਤੇ ਜ਼ੋਰ ਲਾਣ ਲੱਗਾ, ਮੁਸ਼ਟ ਸੰਗ ਕਰ ਚਿਮਟੇ ਉਤਬੈ। ਇਹਦਾ ਹੱਥ ਤਲਵਾਰ ਦੇ ਕਬਜ਼ੇ ਨਾਲ ਜੁੜਿਆ ਹੀ ਰਹਿ ਗਿਆ।
ਜਿਵੇਂ ਕਹਿੰਦੇ ਕੱਢਦਾ ਤਲਵਾਰ ਵਿੱਚ ਹੀ ਫਸ ਗਈ ਤੇ ਨਾ ਹੱਥ ਛੁੱਟੇ, ਕਬਜੇ ਦੇ ਵਿੱਚ ਹੀ ਹੱਥ ਜੁੜਿਆ ਰਹਿ ਗਿਆ ਤਲਵਾਰ ਦੇ। ਇਤੇ ਉਤੋ ਹੋਤ ਨਾ ਰਿਓ ਹਿਲਾਏ। ਹੱਥ ਨੂੰ ਹਿਲਾਉਂਦਾ ਜ਼ੋਰ ਲਾਉਂਦਾ ਪਰ ਹੱਥ ਹਿਲਦਾ ਨਹੀਂ, ਨਾ ਤਲਵਾਰ ਬਾਹਰ ਨਿਕਲਦੀ ਆ ਤੇ ਨਾ ਵਿੱਚ ਤਾਂ ਸੀਗੀ ਪਹਿਲੋਂ ਹੀ ਮਿਆਨ ਦੇ, ਨਾ ਇਹਦਾ ਹੱਥ ਉਸ ਤਲਵਾਰ ਦੇ ਕਬਜੇ ਨਾਲੋਂ ਛੁੱਟਦਾ। ਸਾਰੋ ਬਲ ਹਾਰਿਓ ਸੁਲਗਾਏ। ਪੂਰਾ ਬਲ ਲਾ ਕੇ ਹੰਬ ਗਿਆ, ਸਾਹੋ ਸਾਹ ਹੋ ਗਿਆ, ਬਥੇਰਾ ਜ਼ੋਰ ਲਾਉਂਦਾ ਵੀ ਹੱਥ ਛੁੱਟ ਜੇ ਤਲਵਾਰ ਨਾਲੋਂ, ਪਰ ਕੋਈ ਜ਼ੋਰ ਨਹੀਂ ਚੱਲਿਆ, ਤਾਣ ਨਹੀਂ ਚੱਲਿਆ। ਪੁਨ ਮੂਰਖ ਪਛਤਾਵਨ ਲਾਗਾ। ਮੂਰਖ ਦੇ ਮਨ 'ਚ ਫਿਰ ਪਛਤਾਵਾ ਆਇਆ, ਫਿਰ ਪਛਤਾਉਣ ਲੱਗਾ ਮੂਰਖ। ਕਰਿਓ ਖੋਟ ਮੈਂ ਹੁਤੋ ਅਭਾਗਾ। ਮੈਂ ਕਿਹੋ ਜਿਹਾ ਭਾਗਾ, ਆ ਕੇ ਇੱਥੇ ਵੀ ਖੋਟਾ ਕੰਮ ਕਰਨ ਲੱਗਾ ਸਾਂ। ਇਹ ਖੋਟੀ ਬਿਰਤੀ ਮੈਂ ਆ ਕੇ ਇੱਥੇ ਧਾਰਨ ਕੀਤੀ ਐ। ਤਬ ਸ਼੍ਰੀ ਅੰਗਦ ਕਰ ਉਤਨੈਨ। ਜਦੋਂ ਇਹ ਆਪਣਾ ਤਾਣ ਜਿਹਾ ਲਾ ਕੇ ਪਛਤਾਵਾ ਕਰ ਰਿਹਾ ਸੀ ਨਾ, ਧੌਣ ਨੀਵੀਂ ਜੀ ਪਾ ਕੇ ਖੜਾ, ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਨੇਤਰ ਫੇਰੇ ਤੇ ਇਹਦੇ ਵੱਲ ਵੇਖਿਆ। ਟੇਢੀ ਨਿਗਾਹ ਕਰਕੇ ਨਾ ਪਾਤਸ਼ਾਹ ਖੇਡਦਿਆਂ ਖੇਡਦਿਆਂ ਬਾਲਕਾਂ ਨਾਲ ਲੀਲਾ ਕਰਦਿਆਂ ਗੁਰਦੇਵ ਨੇ ਥੋੜਾ ਜਿਹਾ ਸਿਰ ਘੁਮਾਇਆ ਔਰ ਇਹਦੇ ਵੱਲ ਵੇਖਿਆ। ਦੀਨ ਪਇਓ ਪਿਖ ਉਚਰੇ ਬੈਨ। ਵੇਖਿਆ ਵੀ ਦੀਨ ਜਿਹਾ ਹੋ ਕੇ ਖਲੋਤਾ, ਪਛਤਾਵਾ ਵੀ ਕਰ ਰਿਹਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਸ਼ੇਰ ਸ਼ਾਹ ਸੋ ਕਛ ਨ ਬਸਾਇਓ। ਮਹਾਰਾਜ ਕਹਿੰਦੇ ਹੋ ਹਮਾਇੂ, ਸ਼ੇਰ ਸ਼ਾਹ ਸੂਰੀ ਦੇ ਉੱਤੇ ਤਾਂ ਤੇਰਾ ਕੋਈ ਵਸ ਚੱਲਿਆ ਨਹੀਂ। ਖੜਗ ਹਤਨ ਹਮ ਪਰ ਚੱਲ ਆਇਓ। ਤੇ ਤਲਵਾਰ ਲੈ ਕੇ ਸਾਡੇ ਵਰਗੇ ਫਕੀਰਾਂ ਨੂੰ ਮਾਰਨ ਆ ਗਿਆ। ਜਿੱਥੇ ਚਲਾਉਣੀ ਸੀ ਉੱਥੇ ਤਾਂ ਮਿਆਨ ਚੋਂ ਕੱਢੀ ਨਹੀਂ, ਜਿਉਂ ਭੱਜਿਆ ਇਲਾਹਾਬਾਦ ਤੋਂ ਸਿੱਧਾ ਇੱਥੇ ਆ ਕੇ ਖੜਿਆ। ਜਿੱਥੇ ਤਲਵਾਰ ਚਲਾਉਣੀ ਸੀ ਉੱਥੇ ਤਾਂ ਚਲਾਈ ਨਹੀਂ ਤਾਂ, ਤੇ ਜਿੱਥੇ ਆ ਕੇ ਹੱਥ ਜੋੜ ਕੇ ਸਿਰ ਝੁਕਾਣਾ ਬਣਦਾ ਹੈ, ਉੱਥੇ ਆ ਕੇ ਸਾਡੇ ਵਰਗੇ ਫਕੀਰਾਂ ਤੇ ਤਲਵਾਰ ਚਲਾਉਣਾ। ਹਾਂਜੀ, ਕਾਇਰ ਪਇਓ ਭਾਜ ਕਰ ਆਵਾ। ਤੂੰ ਤਾਂ ਗੀਦੀ ਐ ਹਮਾਇੂ, ਕਾਇਰ ਹੈ, ਜਿਹੜਾ ਸ਼ੇਰ ਸ਼ਾਹ ਸੂਰੀ ਦੇ ਕੋਲੋਂ ਹਾਰ ਕੇ ਕਾਇਰਾਂ ਵਾਂਗੂ ਆਇਆ ਹੈ। ਹਮੇ ਸੂਰਤਾ ਚਾਹੇ ਦਿਖਾਵਾ। ਸੂਰਮਤਾਈ ਵਿਖਾਣੀ ਸੀ ਉੱਥੇ ਤਾਂ ਵਿਖਾਈ ਨਹੀਂ, ਤੇ ਸਾਨੂੰ ਆ ਕੇ ਆਪਣੀ ਸੂਰਮਤਾਈ ਵਿਖਾਉਣਾ। ਇਹ ਤੇਰੇ ਲੱਛਣ ਨੇ, ਇਹ ਕਾਇਰਾਂ ਤੇ ਗੀਦੀਆਂ ਵਾਲੇ ਲੱਛਣ ਨੇ। ਤਬ ਹਮਾਇੂ ਬੋ ਬਿਨਤੀ ਠਾਨੀ। ਹਮਾਇੂ ਫਿਰ ਕਗਿਆ ਕੇ ਬੋਲਿਆ, ਸਤਿਗੁਰਾਂ ਨੂੰ ਕਹਿਣ ਲੱਗਾ, ਛਿਮੋ ਗੁਰੂ ਮੈਂ ਬਾਡੇ ਅਣਜਾਨੀ। ਮਹਾਰਾਜ ਛਿਮਾ ਕਰ ਦਿਓ, ਮੈਂ ਅਣਜਾਣ ਹਾਂ, ਮੈਂ ਵੱਡਾ ਅਣਜਾਣ ਹਾਂ, ਮੇਰੇ ਕੋਲੋਂ ਭੁੱਲ ਹੋਈ ਹੈ। ਸ਼੍ਰੀ ਨਾਨਕ ਤੇ ਜਾਤ ਖੁਦਾਏ। ਧੰਨ ਗੁਰੂ ਨਾਨਕ ਸਾਹਿਬ ਖੁਦਾ ਦੀ ਜਾਤ ਸਨ, ਯਾਨੀ ਕਿ ਖੁਦਾ ਦਾ ਹੀ ਨੂਰ ਸਨ। ਤਿਨ ਕੀ ਬਖਸ਼ਿਸ਼ ਹੋਤ ਬਿਲਾਏ। ਮੈਂ ਤਾਂ ਤੁਹਾਡੇ ਕੋਲ ਆਇਆ ਵੀ ਉਹਨਾਂ ਦੀ ਬਖਸ਼ਿਸ਼ ਚਲੀ ਗਈ ਆ ਸਾਡੇ ਕੋਲ। ਉਹਨਾਂ ਨੇ ਜਿਹੜੀ ਮੇਰੇ ਬਜ਼ੁਰਗ ਨੂੰ ਬਖਸ਼ਿਸ਼ ਕੀਤੀ ਸੀ, ਉਹ ਬਖਸ਼ਿਸ਼ ਸਾਡੇ ਕੋਲੋਂ ਚਲੀ ਗਈ ਹੈ। ਇਹ ਕਿਆ ਕਾਰਨ ਬੂਝਨ ਆਵਾ। ਇਹਦਾ ਕੀ ਕਾਰਨ ਹੈ ਮਹਾਰਾਜ? ਮੈਂ ਤਾਂ ਤੁਹਾਡੇ ਕੋਲ ਇਹ ਪੁੱਛਣ ਆਇਆ ਹਾਂ। ਤੁਮ ਸੋ ਉਨਕੋ ਭੇਦ ਨ ਪਾਵਾ। ਕਿ ਤੁਹਾਡੇ ਵਿੱਚ ਤੇ ਗੁਰੂ ਨਾਨਕ ਸਾਹਿਬ ਵਿੱਚ ਕੋਈ ਭੇਦ ਨਹੀਂ, ਤੁਸੀਂ ਉਹਨਾਂ ਦਾ ਹੀ ਰੂਪ ਹੋ। ਸ੍ਰੀ ਅੰਗਦ ਸੁਨ ਕਹਿ ਬਾਨੀ। ਹਮਾਇੂ ਦੀ ਗੱਲ ਸੁਣ ਕੇ ਜਗਤ ਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਕਛੂ ਬੇਦਲੀ ਕੀ ਨ ਮਾਨੀ। ਮਹਾਰਾਜ ਜੀ ਕਹਿਣ ਲੱਗੇ, ਹਮਾਇੂ ਕੋਈ ਬੇਅਦਲੀ ਕੀਤੀ ਹੋਣੀ ਹੈ, ਬੇਇਨਸਾਫੀ ਕੀਤੀ ਹੋਣੀ, ਤਦੇ ਰਾਜ ਖੋਇਆ ਗਿਆ। ਰਾਜ ਸੱਤਾ ਤੇ ਬੈਠ ਕੇ ਜਦੋਂ ਰਾਜੇ ਬੇਇਨਸਾਫੀਆਂ ਕਰਦੇ ਨੇ, ਫਿਰ ਉਹਨਾਂ ਦੇ ਰਾਜ ਬਹੁਤੇ ਲੰਮੇ ਸਮੇਂ ਤੱਕ ਨਹੀਂ ਚੱਲਦੇ, ਖੁੱਸ ਜਾਂਦੇ ਐ। ਕੁਦਰਤ ਦੀ ਮਾਰ, ਪਰਮੇਸ਼ਰ ਦੀ ਮਾਰ ਉਹਨਾਂ ਤੇ ਪੈਂਦੀ ਹੈ। ਤੈਂ ਬੇਇਨਸਾਫੀ ਕੀਤੀ ਹੋਣੀ ਆ ਕਿਤੇ ਨਾ ਕਿਤੇ ਕਿਸੇ ਨਾਲ, ਉਸ ਬੇਇਨਸਾਫੀ ਦਾ ਇਹ ਫਲ ਤੈਨੂੰ ਮਿਲਿਆ ਕਿ ਤੇਰਾ ਰਾਜ ਭਾਗ ਖੋਇਆ ਗਿਆ ਹੈ। ਜਾਂ ਤੇ ਭਇਓ ਤੋਏ ਤ੍ਰਿਸਕਾਰਾ। ਇਸੇ ਕਰਕੇ ਤੇਰਾ ਤਿਰਸਕਾਰ ਹੋਇਆ ਤੇ ਰਾਜ ਭਾਗ ਖਵਾ ਕੇ ਦਰਬਦਰ ਭਟਕਦਾ ਫਿਰਦਾ। ਅਬ ਜੇ ਤਰਤ ਨ ਕਰ ਤਰਵਾਰਾ। ਤੂੰ ਆ ਗਿਆ ਸੀ ਸਾਡੀ ਸ਼ਰਨ,
ਪਰ ਜੇ ਤੂੰ ਇਹ ਤਲਵਾਰ ਦੇ ਕਬਜੇ ਤੇ ਹੱਥ ਨਾ ਧਰਦਾ ਤੋ ਪਤ ਸ਼ਾਹਤ ਅਬ ਹੀ ਪਾਵਤ। ਅੱਜ ਹੀ ਇੱਥੋਂ ਦਿੱਲੀ ਵਾਪਸ ਪਰਤ ਜਾਂਦਾ ਤੇ ਤੈਨੂੰ ਬਾਦਸ਼ਾਹੀ ਮਿਲ ਜਾਣੀ ਸੀ। ਜੇ ਤੂੰ ਤਲਵਾਰ ਦੇ ਕਬਜੇ ਨੂੰ ਹੱਥ ਨਾ ਪਾਉਂਦਾ ਨਾ ਤੇ ਅੱਜ ਹੀ ਤੈਨੂੰ ਬਾਦਸ਼ਾਹੀ ਪ੍ਰਾਪਤ ਹੋ ਜਾਣੀ ਸੀ। ਦਰਸ਼ਨ ਕੋ ਫਲ ਆਨੰਦ ਵਧਾਵਤ। ਸਾਡੇ ਦਰਸ਼ਨਾਂ ਦਾ ਫਲ ਤੇਰੇ ਅੰਦਰ ਆਨੰਦ ਨੂੰ ਵਧਾਉਂਦਾ। ਜਾਏ ਵਿਲਾਇਤ ਅਬ ਫਿਰ ਆਵੋ। ਪਰ ਤਲਵਾਰ ਦੇ ਕਬਜੇ ਤੇ ਹੱਥ ਪਾਇਆ ਨਾ, ਹੁਣ ਇਹਦਾ ਦੰਡ ਤਾਂ ਕੁਦਰਤ ਨੇ ਦੇਣਾ ਹੀ ਆ ਤੈਨੂੰ। ਜਾ ਹੁਣ 10-12 ਸਾਲ ਭਟਕਦਾ ਫਿਰ ਇੱਧਰ ਅਫਗਾਨਿਸਤਾਨ ਨੂੰ। ਉਧਰ ਜਾ ਕੇ ਫੌਜ ਇਕੱਠੀ ਕਰ, ਫਿਰ ਤੈਨੂੰ ਇਹ ਰਾਜ ਪ੍ਰਾਪਤ ਹੋਵੇਗਾ। ਛਤਰ ਤਖਤ ਦਿੱਲੀ ਪੁਨ ਪਾਵੋ। ਅਫਗਾਨਿਸਤਾਨ ਵੱਲ ਜਾ, ਉਧਰੋਂ ਫੌਜ ਇਕੱਠੀ ਕਰ, ਫਿਰ ਤੈਨੂੰ ਇਹ ਦਿੱਲੀ ਦਾ ਤਖਤ ਪ੍ਰਾਪਤ ਹੋਵੇਗਾ। ਸੁਨ ਇਮ ਗਇਓ ਵਿਲਾਇਤ ਥਾਨ। ਇਹ ਸੁਣ ਕੇ ਹਮਾਯੂ ਨਾਲੇ ਪਛਤਾਉਂਦਾ, ਗੁਰੂ ਚਰਨਾਂ 'ਚ ਨਮਸਕਾਰ ਕੀਤੀ ਔਰ ਇਹ ਵਲਾਇਤ ਯਾਨੀ ਕਿ ਅਫਗਾਨਿਸਤਾਨ ਨੂੰ ਤੁਰ ਪਿਆ। ਤੈਤੇ ਲਸ਼ਕਰ ਲੀਨ ਮਹਾਨ। ਉੱਥੇ ਜਾ ਕੇ ਫਿਰ ਇਹਨੇ ਕਈ ਸਾਲ ਉਧਰ ਰਿਹਾ, ਫੌਜ ਤਿਆਰ ਕੀਤੀ, ਲਸ਼ਕਰ ਇਕੱਠਾ ਕੀਤਾ। ਹਿੰਦੁਸਤਾਨ ਕਰੀ ਸਰ ਆਏ। ਫਿਰ ਆ ਕੇ ਨੇ ਹਿੰਦੁਸਤਾਨ ਸਰ ਕੀਤਾ। ਦਿੱਲੀ ਦੇ ਤਖਤ ਦੇ ਉੱਤੇ ਦੁਬਾਰਾ ਹਮਾਯੂ ਬਾਦਸ਼ਾਹ ਬੈਠਾ। ਖਾਨ ਨਾਮ ਸਭ ਹਿਨ ਮਰਵਾਏ। ਔਰ ਜਿੰਨੇ ਪਠਾਨ ਸੀ ਉਹ ਤਕਰੀਬਨ ਸਾਰੇ ਹੀ ਮਰਵਾ ਦਿੱਤੇ। ਸ਼ੇਰ ਸ਼ਾਹ ਸੂਰੀ ਪਹਿਲੋਂ ਹੀ ਚਲਾਣਾ ਕਰ ਗਿਆ ਸੀ। ਉਹਦੇ ਤੋਂ ਬਾਅਦ ਉਹਦਾ ਲੜਕਾ ਸਲੇਮ ਸ਼ਾਹ ਤਖਤ ਤੇ ਬੈਠਾ ਰਿਹਾ, ਉਹ ਵੀ ਚਾਲੇ ਪਾ ਗਿਆ। ਬਹੁਤ ਸਾਰੇ ਪਠਾਨ ਇਹਨੇ ਤਕਰੀਬਨ ਖਤਮ ਕਰ ਦਿੱਤੇ ਹਮਾਯੂ ਨੇ। ਦੋਹਰਾ ਸਤਗੁਰ ਬੇਪਰਵਾਹ ਨਿਤ ਰਾਗ ਦ્વੈਸ਼ ਚਿਤ ਨਾਏ। ਸਤਿਗੁਰੂ ਜੀ ਬੇਪਰਵਾਹ ਨੇ। ਇਹੋ ਜੇ ਪਤਾ ਨਹੀਂ ਕਿੰਨੇ ਕੁ ਬਾਦਸ਼ਾਹ ਮਹਾਰਾਜ ਜੀ ਦੇ ਚਰਨਾਂ ਚ ਆਉਂਦੇ ਤੇ ਜਾਂਦੇ। ਪਾਤਸ਼ਾਹ ਨੂੰ ਕੀ ਪਰਵਾਹ ਇਹਨਾਂ ਬਾਦਸ਼ਾਹਾਂ ਦੀ। ਗੁਰਦੇਵ ਬੇਪਰਵਾਹ ਨੇ। ਨਿਤ ਰਾਗ ਤੇ ਦ્વੈਸ਼ ਤੋਂ ਰਹਿਤ ਬਿਰਤੀ ਦੇ ਮਾਲਕ ਨੇ ਮਹਾਰਾਜ। ਪਾਤਸ਼ਾਹ ਦੇ ਚਿੱਤ ਵਿੱਚ ਨਾ ਰਾਗ ਹੈ ਨਾ ਦ્વੈਸ਼ ਹੈ। ਜਿਹੜਾ ਜਿਹੋ ਜੀ ਭਾਵਨਾ ਲੈ ਕੇ ਆਉਂਦਾ, ਭਾਵੇਂ ਕੋਈ ਬਾਦਸ਼ਾਹ ਆਵੇ ਤੇ ਭਾਵੇਂ ਕੋਈ ਕੰਗਲਾ ਆਵੇ, ਉਹਨੂੰ ਆਪਣੀ ਭਾਵਨਾ ਮੁਤਾਬਕ ਸਤਿਗੁਰਾਂ ਕੋਲੋਂ ਉਹੋ ਜਿਹਾ ਹੀ ਫਲ ਪ੍ਰਾਪਤ ਹੋ ਜਾਂਦਾ। ਸਤਿਗੁਰੂ ਬੇਪਰਵਾਹ ਹਨ। ਹਾਂਜੀ। ਕਰੇ ਪਾਵਨਾ ਪਾਏ ਤਿਮ ਜੇ ਨਰ ਚੱਲ ਟਿਕ ਜਾਏ। ਜਿਹੜੇ ਭਾਵਨਾ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਜਾਂਦੇ ਨੇ, ਜੈਸੀ ਜੈਸੀ ਭਾਵਨਾ ਕਰਨ ਤੈਸਾ ਫਲ ਉਹਨਾਂ ਨੂੰ ਗੁਰੂ ਸਾਹਿਬ ਦੇ ਚਰਨਾਂ 'ਚੋਂ ਮਿਲ ਜਾਂਦਾ। ਜਾਂ ਇਉਂ ਕਹਿ ਲੋ, ਸਤਿਗੁਰੂ ਜੀ ਉਸ ਸ਼ੀਸ਼ੇ ਵਾਂਗੂ ਨੇ ਜਿਸ ਸ਼ੀਸ਼ੇ ਦੇ ਸਾਹਮਣੇ ਜਿਹੋ ਜਿਹਾ ਮੂੰਹ ਲੈ ਕੇ, ਜੇ ਵਿੰਗਾ ਟੇਢਾ ਲੈ ਕੇ ਜਾਓਗੇ ਉਦਾਂ ਦਿਸੇਗਾ, ਸਿੱਧਾ ਲੈ ਕੇ ਜਾਓਗੇ ਉਦਾਂ ਦਿਸੇਗਾ। ਜਿਹੋ ਜਿਹਾ ਵੇਖੋਗੇ ਉਦਾਂ ਦਾ ਹੀ ਦਿਸ ਪੈਣਾ, ਜਿਹੋ ਜਿਹਾ ਮੂੰਹ ਲੈ ਕੇ ਜਾਓਗੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਕੋਈ ਮਾਈ ਭਾਈ ਆਉਂਦਾ, ਜਿਹੋ ਜੀ ਭਾਵਨਾ ਲੈ ਕੇ ਆਵੇ ਉਹਨੂੰ ਆਪਣੀ ਭਾਵਨਾ ਮੁਤਾਬਕ ਉਸੇ ਤਰ੍ਹਾਂ ਦਾ ਫਲ ਮਿਲ ਜਾਂਦਾ। ਇਹਦੀ ਕਰਤੂਤ ਮਾੜੀ ਸੀ ਹਮਾਯੂ ਦੀ। ਜਦੋਂ ਕਬਜੇ ਨੂੰ, ਤਲਵਾਰ ਦੇ ਕਬਜੇ ਨੂੰ ਹੱਥ ਪਾਇਆ, 10-12 ਸਾਲ ਭਟਕਣਾ ਪਿਆ। ਮੁੜ ਕੇ ਇਹਨੂੰ ਸ਼ੁੱਧ ਭਾਵਨਾ ਪਹਿਲੋਂ ਹੀ ਰੱਖਦਾ, ਉੱਥੇ ਨਿਮਰਤਾ ਨਾਲ ਖੜਾ ਰਹਿੰਦਾ ਤਾਂ ਸਤਿਗੁਰਾਂ ਦੀ ਦਇਆ ਉਸੇ ਵੇਲੇ ਹੀ ਵਰਤ ਜਾਣੀ ਸੀ। ਪਰ ਕੁਦਰਤ ਨੇ ਇਹਨੂੰ ਦੰਡ ਦੇਣਾ ਸੀ ਔਰ ਲੋਕਾਂ ਵਾਸਤੇ, ਸਮਾਜ ਵਾਸਤੇ ਪੂਰਨੇ ਪਾਉਣੇ ਸਨ ਕਿ ਦੁਨੀਆ ਦੀਆਂ ਬਾਦਸ਼ਾਹੀਆਂ, ਦੁਨੀਆ ਦੇ ਰਾਜੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਕੰਗਲੇ ਬਣ ਕੇ, ਭਿਖਾਰੀ ਬਣ ਕੇ ਖੜਨ ਤਾਂ ਉਹ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਹਨ। ਸਤਿ ਸ੍ਰੀ ਅਕਾਲ। ਕਿਉਂਕਿ ਇੱਥੇ ਜਿਹੜਾ ਕੰਗਲਾ ਬਣ ਕੇ ਗੁਰੂ ਚਰਨਾਂ ਵਿੱਚ ਆ ਗਿਆ ਔਰ ਗੁਰਦੇਵ ਦੀ ਦਇਆ ਦ੍ਰਿਸ਼ਟੀ ਦਾ ਪਾਤਰ ਬਣ ਗਿਆ ਤਾਂ ਉਹਨਾਂ ਕੰਗਲਿਆਂ ਨੂੰ ਪਾਤਸ਼ਾਹ ਛਿਨਾਂ ਵਿੱਚ, ਪਲਾਂ ਵਿੱਚ ਰਾਜ ਤਖਤਿਆਂ ਤੇ ਬਿਠਾ ਕੇ ਬਾਦਸ਼ਾਹੀਆਂ ਪ੍ਰਦਾਨ ਕਰਨ ਦੀ ਸਮਰੱਥਾ ਰੱਖਦੇ ਹਨ। ਸਤਿ ਸ੍ਰੀ ਅਕਾਲ। ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ। ਇਹ ਮੇਰੇ ਸਤਿਗੁਰਾਂ ਦਾ ਪ੍ਰਤਾਪ ਹੈ। ਦੋਹਰਾ
ਅਬ ਸ਼੍ਰੀ ਗੁਰ ਅੰਗਦ ਨਿਕਟ ਸਿੱਖ ਭਏ ਜੋ ਆਏ। ਹੁਣ ਖਾਲਸਾ ਜੀ ਕਥਾ ਚੱਲਣ ਲੱਗੀ ਹੈ ਸਿੱਖਾਂ ਦੀ ਭਗਤਮਾਲਾ। ਉਹਨਾਂ ਸਿੱਖਾਂ ਦਾ ਜ਼ਿਕਰ ਆ ਰਿਹਾ ਜਿਨ੍ਹਾਂ ਸਿੱਖਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ 11ਵੀਂ ਵਾਰ ਚ ਕੀਤਾ। ਉਹਨਾਂ ਸਿੱਖਾਂ ਦਾ ਜ਼ਿਕਰ ਮਹਾਂਕਵੀ ਜੀ ਦੱਸ ਰਹੇ ਨੇ। ਅਬ ਸ਼੍ਰੀ ਗੁਰ ਅੰਗਦ ਨਿਕਟ ਸਿੱਖ ਭਏ ਜੋ ਆਏ। ਕਹਿੰਦੇ ਹੁਣ ਮੈਂ ਉਹਨਾਂ ਸਿੱਖਾਂ ਦਾ ਵੇਰਵਾ ਦੇਣ ਲੱਗਾ ਜਿਹੜੇ ਸਿੱਖ ਗੁਰੂ ਅੰਗਦ ਦੇਵ ਸਾਹਿਬ ਦੇ ਸਮੇਂ ਸਤਿਗੁਰਾਂ ਦੀ ਸ਼ਰਨ ਚ ਆ ਕੇ ਮਹਾਰਾਜ ਜੀ ਦੇ ਸਿੱਖ ਬਣੇ। ਕਹੋ ਕਥਾ ਨਿਰਤਾਰ ਕਰ ਸੁਨੋ ਸੰਤ ਚਿਤ ਲਾਏ। ਇਹ ਸਤ ਸੰਗਿਓ ਧਿਆਨ ਨਾਲ ਗਉ ਨਾਲ ਪ੍ਰੇਮ ਨਾਲ ਉਸ ਕਥਾ ਨੂੰ ਸੁਣੋ। ਮੈਂ ਪ੍ਰੇਮ ਸਹਿਤ ਇਸ ਕਥਾ ਨੂੰ ਵਰਣਨ ਕਰਦਾ ਹਾਂ। ਚੋਪਈ ਸੇਵਕ ਰਹਿ ਪਾਸ ਇੱਕ ਜੀਵਾ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਬੜੇ ਹੀ ਪਿਆਰੇ ਸੇਵਕ ਅਨੰਨ ਸੇਵਕ ਮਹਾਰਾਜ ਜੀ ਦੇ ਪਾਸ ਰਹਿੰਦੇ ਹਨ ਜਿਨ੍ਹਾਂ ਦਾ ਨਾਮ ਹੈ ਭਾਈ ਜੀਵਾ। ਭਾਈ ਜੀਵਾ ਜੀ ਆਤਮ ਗਿਆਨੀ ਮਹਾਂਪੁਰਸ਼ ਗੁਰਸਿੱਖ ਨੇ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਚੋਂ ਇਹਨਾਂ ਨੂੰ ਆਤਮ ਗਿਆਨ ਪ੍ਰਾਪਤ ਹੋਇਆ। ਸੇਵੈ ਸ਼ਰਦਾ ਧਰੇ ਸਦੀਵਾ। ਭਾਈ ਜੀਵਾ ਜੀ ਸਤਿਗੁਰਾਂ ਦੀ ਸੇਵਾ ਕਰਦੇ ਨੇ। ਅਟੁੱਟ ਸ਼ਰਧਾ ਅੰਨੀ ਸ਼ਰਧਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਭਾਈ ਜੀਵਾ ਜੀ ਰੱਖਦੇ ਨੇ। ਦਦ ਸੋ ਖਿਚੜੀ ਕਰਕੇ ਤਿਆਰ। ਭਾਈ ਜੀਵਾ ਜੀ ਰੋਜ਼ਾਨਾ ਦਹੀਂ ਤਿਆਰ ਕਰਦੇ। ਰਾਤ ਨੂੰ ਜਾਗ ਲਾ ਕੇ ਦਹੀਂ ਜਮਾਉਂਦੇ ਸੁਬਾ। ਫਿਰ ਨਾਲ ਖਿਚੜੀ ਤਿਆਰ ਕਰਕੇ ਲਿਆਏ ਅਚਾਵਤ ਅਪਰ ਆਹਾਰ। ਦਹੀਂ ਤੇ ਖਿਚੜੀ ਮਹਾਰਾਜ ਜੀ ਨੂੰ ਰੋਜ਼ਾਨਾ ਲਿਆ ਕੇ ਭਾਈ ਜੀਵਾ ਜੀ ਤਿਆਰ ਕਰਦੇ ਆਪਣੇ ਹੱਥੀਂ। ਖਿਚੜੀ ਬਣਾਉਣੀ ਦਹੀਂ ਤਿਆਰ ਕਰਨੀ ਤੇ ਦਹੀਂ ਤੇ ਖਿਚੜੀ ਮਹਾਰਾਜ ਗੁਰੂ ਅੰਗਦ ਸਾਹਿਬ ਨੂੰ ਛਕਾਉਣੀ। ਜੇ ਕੋਈ ਹੋਰ ਭੋਜਨ ਛਕਾਣਾ ਤਾਂ ਉਹ ਵੀ ਭਾਈ ਜੀਵਾ ਜੀ ਨੇ ਮਹਾਰਾਜ ਜੀ ਨੂੰ ਭੋਜਨ ਛਕਾਉਣਾ। ਇੱਕ ਦਿਨ ਘਟੀ 4 ਦਿਨ ਰਹੇ। ਇੱਕ ਦਿਨ 4 ਘੜੀਆਂ ਦਿਨ ਬਾਕੀ ਰਹਿ ਗਿਆ। ਸ਼ਾਮ ਦਾ ਵੇਲਾ ਸੀ। ਗੁਰ ਸੋ ਹੱਥ ਜੋੜ ਬਚ ਗਏ। ਭਾਈ ਜੀਵਾ ਜੀ ਹੱਥ ਜੋੜ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ ਆਜ ਚਲਤੇ ਵਾਯੂ ਅੰਧੇਰੀ। ਕਹਿਣ ਲੱਗੇ ਮਹਾਰਾਜ ਵੀ ਅੱਜ ਬੜੀ ਤੇਜ਼ ਹਵਾ ਤੇ ਹਨੇਰੀ ਚੱਲਦੀ ਐ। ਹਟੇ ਨਹੀਂ ਨਿਰਣੈ ਕਰ ਹੇਰੀ। ਜਿਹੜੇ ਹਿਸਾਬ ਨਾਲ ਇਹ ਤੇਜ਼ ਹਨੇਰੀ ਚੱਲ ਰਹੀ ਹੈ ਮਿੱਟੀ ਘੱਟਾ ਉੱਡ ਰਿਹਾ ਮਹਾਰਾਜ ਜੀ ਜਾਪਦਾ ਨਹੀਂ ਵੀ ਇਹ ਹਟੇਗੀ। ਹਨੇਰੀ ਵਾਹਵਾ ਸਮੇਂ ਦੀ ਚੱਲ ਰਹੀ ਹੈ ਤੇਜ਼ ਹਵਾ ਹੈ ਮਹਾਰਾਜ ਲੱਗਦਾ ਨਹੀਂ ਵੀ ਇਹ ਹਟੇਗੀ। ਵੱਡੀ ਨਿਸਾ ਬੀਤੇ ਹਟ ਜਾਏ। ਰਾਤ ਬੀਤ ਜਾਏਗੀ ਸੁਬਹ ਅੰਮ੍ਰਿਤ ਵੇਲੇ ਹੋ ਸਕਦਾ ਵੀ ਇਹ ਸ਼ਾਂਤ ਹੋਵੇ ਹਨੇਰੀ। ਜਿਹੜੇ ਹਿਸਾਬ ਨਾਲ ਚੱਲ ਰਹੀ ਹੈ ਇਹ ਲੱਗਦਾ ਸਾਰੀ ਰਾਤ ਇਹ ਹਨੇਰੀ ਬੰਦ ਨਹੀਂ ਹੋਣੀ। ਸੁਬਹ ਅੰਮ੍ਰਿਤ ਵੇਲੇ ਜਾ ਕੇ ਇਹ ਹਨੇਰੀ ਝੱਖੜ ਬੰਦ ਹੋਵੇਗਾ। ਅਬ ਤੋਂ ਬਹਿਤ ਮਹਾਰਾਜ ਛਾਏ। ਮਹਾਰਾਜ ਹੋਣੇ ਬੜੀ ਤੇਜ਼ੀ ਨਾਲ ਚੱਲ ਰਹੀ ਹੈ ਹਨੇਰੀ। ਮਿੱਟੀ ਘੱਟਾ ਸਾਰੇ ਅਸਮਾਨ 'ਚ ਉੱਡਿਆ ਹੋਇਆ ਹੈ। ਵਾਕ ਆਪ ਕੋ ਹੋਵੇ ਜਬੇ। ਮਹਾਰਾਜ ਜੀ ਜੇ ਤੁਸੀਂ ਵਾਕ ਕਰ ਦਿਓ ਹੇ ਗੁਰੂ ਅੰਗਦ ਸਾਹਿਬ ਜੇ ਤੁਸੀਂ ਆਪਣੇ ਮੁਖੋਂ ਬਚਨ ਕਰ ਦਿਓ ਮਿੱਟੀ ਅੰਧੇਰੀ ਰਜ ਸੋ ਸਭੇ। ਤੇ ਹਨੇਰੇ ਸਮੇਂ ਤੇ ਮਿੱਟੀ ਘੱਟੇ ਸਮੇਤ ਤੇ ਹਨੇਰੀ ਮਿਟ ਜਾਵੇ। ਜੇ ਤੁਸੀਂ ਬਚਨ ਕਰ ਦਿਓ ਤੇ ਮਿਟ ਸਕਦੀ ਹੈ। ਤੁਸੀਂ ਕਹਿ ਦਿਓ ਹਨੇਰੀ ਰੁਕ ਜਾਏ ਤੇ ਇਹ ਰੁਕ ਜਾਵੇਗੀ। ਕਰ ਲੇਵੋ ਮੈਂ ਤੁਰਤ ਆਹਾਰਾ। ਮਹਾਰਾਜ ਜੀ ਮੈਂ ਫਿਰ ਤੁਹਾਡੇ ਲਈ ਛੇਤੀ ਹੱਲੇ ਨਾਲ ਹੀ ਭੋਜਨ ਤਿਆਰ ਕਰ ਲਵਾਂਗਾ ਖਿਚੜੀ ਤਿਆਰ ਕਰ ਲਵਾਂਗਾ ਵੀ ਮਿੱਟੀ ਘੱਟੇ ਵਿੱਚ ਤਾਂ ਅੱਗ ਨਹੀਂ ਬਲਣੀ। ਹਨੇਰੀ ਵਿੱਚ ਖਿਚੜੀ ਤਿਆਰ ਕਰਨੀ ਔਖੀ ਹੋ ਜਾਣੀ ਆ ਮਹਾਰਾਜ। ਜੇ ਤੁਸੀਂ ਕਹਿ ਦਿਓ ਵੀ ਕੁਝ ਸਮੇਂ ਲਈ ਬੰਦ ਹੋ ਜੇ ਹਨੇਰੀ ਤੇ ਮੈਂ ਛੇਤੀ ਨਾਲ ਤੁਹਾਡੇ ਲਈ ਆਹਾਰ ਤਿਆਰ ਕਰ ਲਵਾਂ। ਤੁਮੇ ਅਚਾਵੋ ਵਿਵਿਧ ਪ੍ਰਕਾਰਾ। ਔਰ ਮਹਾਰਾਜ ਆਪ ਜੀ ਨੂੰ ਵਿਵਿਧ ਪ੍ਰਕਾਰ ਨਾਲ ਉਹ ਭੋਜਨ ਤਿਆਰ ਕਰਕੇ ਛਕਾ ਦੇਵਾਂ। ਬੋਰੋ ਚਲੇ ਜਥਾ ਅਬ ਅਹੇ। ਬਸ ਕੁਝ ਸਮਾਂ ਹੀ ਰੁਕ ਜਾਏ ਮੁੜ ਕੇ ਫੇਰ ਚੱਲ ਪਵੇ ਕੋਈ ਗੱਲ ਨਹੀਂ।
ਬਸ ਕੁਝ ਸਮੇਂ ਵਾਸਤੇ ਹਨੇਰੀ ਸ਼ਾਂਤ ਕਰ ਦਿਓ, ਮੈਂ ਤੁਹਾਡੇ ਲਈ ਵਿਵਿਧ ਪ੍ਰਕਾਰ ਦੇ ਭੋਜਨ ਤਿਆਰ ਕਰਾਂ ਤੇ ਤੁਸੀਂ ਛਕੋ। ਸ਼੍ਰੀ ਅੰਗਦ ਸੁਨ ਤਿਸ ਤੇ ਕਹੇ। ਜਦੋਂ ਭਾਈ ਜੀਵਾ ਜੀ ਨੇ ਏਦਾਂ ਬੇਨਤੀ ਕੀਤੀ, ਸੁਣ ਕੇ ਜਗਤ ਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਬੋਲੇ, ਐਸੋ ਨਹੀਂ ਮਨੋਰਥ ਕਰੀਏ। ਮਹਾਰਾਜ ਜੀ ਕਹਿੰਦੇ ਭਾਈ ਜੀਵਾ ਜੀ ਏਦਾਂ ਦਾ ਮਨੋਰਥ ਨਹੀਂ ਕਰੀਦਾ, ਮਨ 'ਚ ਏਦਾਂ ਦਾ ਸੰਕਲਪ ਜਾਂ ਏਦਾਂ ਦਾ ਮਨੋਰਥ ਨਹੀਂ ਕਰੀਦਾ। ਜਿਸ ਤੇ ਮਹਾ ਦੋਸ਼ ਸਿਰ ਧਰੀਏ। ਇਹਦੇ ਨਾਲ ਤਾਂ ਬੜਾ ਵੱਡਾ ਦੋਸ਼ ਲੱਗਦਾ ਮੱਥੇ ਤੇ, ਬੜਾ ਵੱਡਾ ਦੋਸ਼ ਲੱਗਦਾ, ਅਪਰਾਧ ਲੱਗਦਾ ਮੱਥੇ ਤੇ ਜੇ ਏਦਾਂ ਕਰੀਏ। ਪਰਮੇਸ਼ਰ ਜੋ ਵਾਯੂ ਬਹਾਈ। ਇਹ ਹਨੇਰੀ ਇਹ ਹਵਾ ਪਰਮੇਸ਼ਰ ਨੇ ਚਲਾਈ ਹੈ, ਉਹਦੇ ਚਲਾਇਆ ਇਹ ਹਨੇਰੀ ਚੱਲ ਰਹੀ ਹੈ। ਇਸ ਤੇ ਬਹੁ ਕਾਰਜ ਨਿਭਾਈ। ਤੇ ਪਰਮੇਸ਼ਰ ਨੇ ਜੇ ਹਨੇਰੀ ਚਲਾਈ ਹੈ ਤੇ ਇਹਦੇ ਨਾਲ ਵੀ ਕਈ ਕੰਮ ਸਵਰਨੇ ਆ ਇਹਦੇ ਨਾਲ, ਕਿਉਂਕਿ ਪ੍ਰਮਾਤਮਾ ਜੋ ਕਰਦਾ ਉਹ ਤਾਂ ਭਲਾ ਹੀ ਕਰ ਰਿਹਾ ਨਾ, ਤੇ ਉਹਦੀ ਚਲਾਈ ਇਸ ਹਨੇਰੀ ਨਾਲ ਪਤਾ ਨਹੀਂ ਕਿਤਨਿਆਂ ਕ ਦਾ ਭਲਾ ਹੋਣਾ। ਸਰਤਾ ਪਤ ਮੈਂ ਅਨਿਕ ਜਹਾਜ। ਹੁਣ ਕਿਹਨਾਂ ਕਿਹਨਾਂ ਦਾ ਭਲਾ ਹੋਣਾ ਇਸ ਹਵਾ ਨਾਲ। ਸਮੁੰਦਰ ਦੇ ਵਿੱਚ ਪਤਾ ਨਹੀਂ ਕਿਤਨੇ ਕੁ ਜਹਾਜ਼ ਨੇ ਜਿਹੜੇ ਇਸ ਵੇਲੇ ਮੁਸਾਫਰਾਂ ਨਾਲ ਭਰੇ ਹੋਏ ਨੇ। ਨਰਨ ਹਜ਼ਾਰੋਂ ਲਾਦ ਸਮਾਜ। ਸੈਂਕੜੇ ਲੋਕ ਉਹਨਾਂ ਜਹਾਜ਼ਾਂ ਵਿੱਚ ਆਪਣਾ ਆਪਣਾ ਸਮਾਨ ਲੱਦ ਕੇ, ਵਪਾਰ ਦਾ ਸਮਾਨ ਲੱਦ ਕੇ ਬਹੁ ਵਿਵਹਾਰ ਕਰੇ ਹਿਤ ਰੋਜੀ। ਉਹ ਆਪਣੀ ਰੋਜੀ ਰੋਟੀ ਵਾਸਤੇ ਇੱਕ ਦੇਸ਼ ਤੋਂ ਦੂਜੇ ਦੇਸ਼, ਦੂਜੇ ਤੋਂ ਤੀਜੇ ਤਾਈਂ ਉਹਨਾਂ ਜਹਾਜ਼ਾਂ ਰਾਹੀਂ ਚੱਲ ਕੇ ਉਹ ਸਫ਼ਰ ਕਰਦੇ ਨੇ ਔਰ ਆਪਣਾ ਵਪਾਰ ਕਰਦੇ ਨੇ ਰੋਜੀ ਰੋਟੀ ਵਾਸਤੇ, ਪੇਟ ਪਾਲਣ ਵਾਸਤੇ। ਦੀਪਨ ਗਮਨੇ ਲਾਹਾ ਖੋਜੀ। ਅਨੇਕਾਂ ਦੀਪਾਂ ਤੇ ਜਾ ਕੇ ਪਹੁੰਚਦੇ ਨੇ, ਜਿੱਥੇ ਕੋਈ ਲਾਭ ਲੱਭਦਾ ਹੈ ਉੱਥੇ ਜਾ ਕੇ ਆਪਣਾ ਸੌਦਾ ਵੇਚਦੇ ਨੇ। ਬਹੁਤ ਦਿਵਸ ਕੇ ਟਿਕ ਸੋ ਰਹੇ। ਕਿੰਨੇ ਹੀ ਲੋਕ ਹੋਣਗੇ ਜਿਹੜੇ ਕਈ ਦਿਨਾਂ ਦੇ ਰੁਕੇ ਹੋਣਗੇ, ਉਡੀਕਦੇ ਹੋਣਗੇ ਵੀ ਹਵਾ ਚੱਲੇ ਤੇ ਸਾਡੇ ਜਹਾਜ਼ਾਂ ਤੇ ਅਸੀਂ ਸਵਾਰ ਹੋਈਏ ਤੇ ਆਪਣੇ ਆਪਣੇ ਟਿਕਾਣਿਆਂ ਤੇ ਲੱਗੀਏ। ਉਹ ਤਾਂ ਕਈ ਦਿਨਾਂ ਦੇ ਅਰਦਾਸਾਂ ਕਰਦੇ ਨੇ ਰੱਬ ਅੱਗੇ ਵੀ ਰੱਬਾ ਹਨੇਰੀ ਚਲਾ, ਹਵਾ ਚੱਲੇ ਤੇ ਸਾਡੇ ਜਹਾਜ਼ ਸਮੁੰਦਰ ਵਿੱਚ ਠੱਲੇ ਜਾਣ। ਅਬ ਚਲਾਏ ਵਾਯੂ ਏਉ ਲਹੇ। ਤੇ ਪਰਮੇਸ਼ਰ ਨੇ ਉਹਨਾਂ ਦੀ ਪੁਕਾਰ ਸੁਣੀ ਹੈ, ਉਹਨਾਂ ਦੇ ਜਹਾਜ਼ ਬੰਨੇ ਲਾਉਣ ਵਾਸਤੇ ਹਵਾ ਚਲਾਈ ਹੈ। ਹਿਤ ਆਹਾਰ ਕੇ ਕਰੇ ਕਮਾਈ। ਉਹ ਆਪਣੀ ਰੋਜੀ ਰੋਟੀ ਵਾਸਤੇ ਕਮਾਈਆਂ ਕਰਨ ਗਏ ਹੋਏ ਨੇ। ਤਿਸ ਮਿਸ ਦੇਤ ਤਿਨੋ ਜਗ ਰਾਈ। ਤੇ ਪਰਮੇਸ਼ਰ ਨੇ ਇਸ ਹਵਾ ਚਲਾਉਣ ਦੇ ਬਹਾਨੇ ਉਹਨਾਂ ਦੇ ਰੋਜੀ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਹੈ। ਧਰਤੀ ਜਹਾਂ ਤਾਂਬਰ ਕੀ ਆਹੇ। ਇੱਕ ਤਾਂ ਇਹ ਕਾਰਨ ਹੈ ਹਵਾ ਚੱਲਣ ਦਾ। ਦੂਜਾ ਭਾਈ ਜੀਵਾ ਜੀ ਕੇਵਲ ਇਹ ਹੀ ਧਰਤੀ ਨਹੀਂ, ਇਸ ਤੋਂ ਇਲਾਵਾ ਤਾਂਬੇ ਦੀਆਂ ਧਰਤੀਆਂ ਵੀ ਹਨ, ਜਿਨ੍ਹਾਂ ਤਾਂਬੇ ਦੀਆਂ ਧਰਤੀਆਂ ਦੇ ਉੱਤੇ ਸੱਪ ਰਹਿੰਦੇ ਐ, ਸਰਪ ਰਹਿੰਦੇ ਹਨ। ਲੱਖੋਂ ਬਿਸਿਅਰ ਤਿਸ ਥਲ ਰਹੇ। ਹਜ਼ਾਰਾਂ ਲੱਖਾਂ ਦੀ ਗਿਣਤੀ ਚੋਂ ਸੱਪ ਤਾਂਬੇ ਦੀਆਂ ਧਰਤੀਆਂ ਤੇ ਵਿਚਰਦੇ ਨੇ। ਤਿਨ ਹਿਤ ਧੂਲ ਜਾਏ ਤਿਸ ਦੇਸ਼। ਜਦੋਂ ਇਸ ਹਵਾ ਨਾਲ ਮਿੱਟੀ ਉੱਡਣੀ ਆ, ਉਹ ਮਿੱਟੀ ਉਹਨਾਂ ਤਾਂਬੇ ਦੀਆਂ ਧਰਤੀਆਂ ਤੱਕ, ਉਹਨਾਂ ਸੱਪਾਂ ਤੱਕ ਪਹੁੰਚਣੀ ਹੈ। ਨਿਜ ਕੁੰਡਲ ਮੈਂ ਲੇਤ ਅਸ਼ੇਸ਼। ਫਿਰ ਉਹ ਇਸ ਮਿੱਟੀ ਨੂੰ ਆਪਣੇ ਕੁੰਡਲ 'ਚ ਲੈਣਗੇ, ਆਪਣਾ ਪੇਟ ਭਰ ਕੇ ਜੀਵਣਗੇ। ਉਹਨਾਂ ਦਾ ਜੀਵਨ ਇਸ ਹਨੇਰੀ ਦੇ ਆਸ਼ਰਿਤ ਹੈ। ਤਿਸ ਕੋ ਖਾਏ ਨਿਭਾਹੇ ਕਾਲ। ਹਵਾ ਨਾਲ ਉੱਡ ਕੇ ਆਈ ਮਿੱਟੀ ਨੂੰ ਖਾ ਕੇ ਆਪਣਾ ਸਮਾਂ ਪਾਸ ਕਰਦੇ ਨੇ। ਆਪੋ ਆਪਣੀ ਲੇਤ ਸੰਭਾਲ। ਆਪੋ ਆਪਣੀ ਸੰਭਾਲ ਕਰਦੇ ਹਨ। ਲੱਖੋ ਆਏ ਛੁਦਾ ਤੁਰ ਸੇ। ਉਹ ਲੱਖਾਂ ਦੀ ਗਿਣਤੀ 'ਚ ਜਿਹੜੇ ਭੁੱਖੇ ਹੋਣਗੇ ਸਰਪ, ਪਰਮੇਸ਼ਰ ਨੇ ਉਹਨਾਂ ਨੂੰ ਰਜਾਉਣ ਲਈ ਇਹ ਹਨੇਰੀ ਚਲਾਈ ਹੈ। ਪ੍ਰਭੂ ਪਹੁੰਚਾਏ ਪਾਲ ਹੈ ਤੇ। ਕਿਉਂਕਿ ਵਾਹਿਗੁਰੂ ਤਾਂ ਸਰਬ ਥਾਵਾਂ ਤੇ ਜੀਵਾਂ ਨੂੰ ਰੋਜੀ ਦੇ ਕੇ ਪਾਲਦਾ ਨਾ, ਜਿੱਥੇ ਜਿੱਥੇ ਵੀ ਹੈਣ ਸਭ ਦੀ ਪਾਲਣਾ ਅਕਾਲ ਪੁਰਖ ਪਰਮੇਸ਼ਰ ਜੀ ਰੋਜੀ ਦੇ ਕੇ ਕਰਦੇ ਨੇ। ਇਸ ਤੇ ਆਦਿਕ ਕਾਜ ਵਿਸਾਲ। ਇਹਦੇ ਤੋਂ ਇਲਾਵਾ ਇਸ ਹਵਾ ਨਾਲ ਹੋਰ ਵੀ ਕਿਤਨੇ ਕਾਰਜ ਨੇ ਜਿਹੜੇ ਹੋਣੇ ਹਨ। ਕਰੇ ਪਰਮੇਸ਼ਰ ਵਾਯੂ ਨਾਲ। ਪਰਮੇਸ਼ਰ ਇਸ ਹਨੇਰੀ ਦੀ ਹਵਾ ਨਾਲ ਹੀ ਕਿਤਨੇ ਕਾਰਜ ਕਰ ਰਿਹਾ।
ਕੁਦਰਤ ਵਿੱਚ ਕਈ ਕੁਝ ਇਸ ਹਵਾ ਨਾਲ ਹੀ ਚੱਲ ਰਿਹਾ ਹੈ। ਅਬ ਜੇ ਕਹਿ ਕਰ ਪੌਣ ਮਿਟਾਵੇ, ਤੇ ਜੇ ਹੁਣ ਅਸੀਂ ਇਹ ਕਹਿ ਕੇ ਵੀ ਹਵਾ ਰੁਕ ਜੇ, ਉਹ ਵੀ ਇਸ ਲਈ ਵੀ ਸਾਡੇ ਲਈ ਪ੍ਰਸ਼ਾਦਾ ਪੱਕਣਾ, ਆਪਣੇ ਕੱਲੇ ਦਾ ਪੇਟ ਭਰਨ ਲਈ ਲੱਖਾਂ ਨੂੰ ਭੁੱਖੇ ਮਰਨ ਦਈਏ। ਭਾਈ ਜੀਵਾ ਜੀ, ਇਹ ਕਿੱਥੋਂ ਦਾ ਵਿਧਾਨ ਹੈ? ਨਾਲੇ ਪਰਮੇਸ਼ਰ ਹਵਾ ਚਲਾਵੇ ਤੇ ਅਸੀਂ ਰੋਕੀਏ, ਤੇ ਇਹਦਾ ਮਤਲਬ ਫਿਰ ਅਸੀਂ ਤਾਂ ਰੱਬ ਦੇ ਸ਼ਰੀਕ ਹੋ ਗਏ ਨਾ। ਅਸੀਂ ਰੱਬ ਦੇ ਸ਼ਰੀਕ ਨਹੀਂ, ਅਸੀਂ ਤਾਂ ਰੱਬ ਨਾਲ ਟੁੱਟੇ ਹੋਏ ਜੀਵਾਂ ਨੂੰ ਰੱਬ ਨਾਲ ਮਿਲਾਉਣ ਵਾਸਤੇ ਆਏ ਹੋਏ। ਅਸੀਂ ਉਹਦੇ ਸ਼ਰੀਕ ਨਹੀਂ ਕਿ ਉਹ ਹਨੇਰੀ ਚਲਾਵੇ ਤੇ ਅਸੀਂ ਰੋਕੀਏ। ਬਿਗੜੇ ਕਾਜ ਛੁਦਤ ਰਹਿ ਜਾਵੇ, ਇਸ ਚੱਲਦੀ ਹਨੇਰੀ ਨੂੰ ਰੋਕਾਂਗੇ ਤਾਂ ਬਹੁਤ ਸਾਰੇ ਕਾਰਜ ਵਿਗੜਨਗੇ, ਬਹੁਤ ਸਾਰੇ ਜੀਵ ਭੁੱਖੇ ਮਰਨਗੇ। ਪ੍ਰਭ ਸਰਬੱਗ ਸਫਲ ਕ੍ਰਿਤ ਧਰੇ, ਇਸ ਕਰਕੇ ਭਾਈ ਜੀਵਾ ਜੀ, ਪਰਮੇਸ਼ਰ ਸਰਬੱਗ ਹੈ। ਉਹ ਜਿਹੜੀ ਕਿਰਤ ਕਰਦਾ ਉਹ ਸਮਰੱਥ ਸਰਬੱਗੀ ਕਰਦਾ ਹੈ। ਕਿਆ ਅਲਪਗ ਤਰਕ ਨਾ ਕਰੇ, ਸਾਡੇ ਵਰਗੇ ਜੀਵ ਅਲਪੱਗ ਉਸ ਪ੍ਰਮਾਤਮਾ ਦੀ ਕੀਤੀ ਤੇ ਕੀ ਤਰਕ ਕਰ ਸਕਦੇ ਆ? ਅਲਪੱਗ ਜੀਵ ਸਰਬੱਗ ਦੀ ਕਿਰਤ ਤੇ ਕਿਵੇਂ ਕਿੰਤੂ ਕਰ ਸਕਦਾ ਭਲਾ? ਕਿਵੇਂ ਤਰਕ ਕਰ ਸਕਦਾ ਹੈ? ਲੱਖੋਂ ਜੀਵਨ ਕੋ ਸੰਤਾਪ, ਲੱਖਾਂ ਜੀਵਾਂ ਨੂੰ ਸੰਤਾਪ ਪ੍ਰਾਪਤ ਹੋਣਾ ਹੈ। ਮੇਟੈ ਪੌਣ ਦੋਸ਼ ਲੈ ਆਪ, ਤੇ ਕਹਿੰਦੇ ਜੇ ਇਸ ਹਵਾ ਨੂੰ ਮੇਟਾਂਗੇ ਲੱਖਾਂ ਜੀਵ ਸੰਤਪਤ ਹੋਣਗੇ, ਦੁਖੀ ਹੋਣਗੇ, ਤੇ ਉਹਨਾਂ ਨੂੰ ਦੁੱਖ ਦੇਣ ਦਾ ਪਾਪ ਅਸੀਂ ਖੱਟੀਏ। ਭਾਈ ਜੀਵਾ ਜੀ, ਸੈਂਕੜੇ ਜੀਵਾਂ ਨੂੰ ਦੁੱਖ ਦੇ ਕੇ, ਉਹਨਾਂ ਨੂੰ ਭੁੱਖਿਆਂ ਮਾਰ ਕੇ, ਉਹਨਾਂ ਦਾ ਜਿਹੜਾ ਦੋਸ਼ ਹੈ, ਪਾਪ ਹੈ, ਉਹ ਅਸੀਂ ਕਿਵੇਂ ਲੈ ਲਈਏ? ਇਹ ਮਨ ਮੁਖ ਕੀ ਰੀਤ ਪਛਾਨੇ, ਨਾਲੇ ਭਾਈ ਜੀਵਾ ਜੀ, ਪਰਮੇਸ਼ਰ ਦੀ ਕੀਤੀ ਵਿੱਚ ਕਿੰਤੂ ਕਰਨਾ ਇਹ ਮਨਮੁਖਾਂ ਦਾ ਕਰਮ ਹੈ, ਗੁਰਮੁਖਾਂ ਦਾ ਨਹੀਂ। ਗੁਰਮੁਖ ਤਾਂ ਉਹਦੀ ਰਜ਼ਾ ਵਿੱਚ ਸਦਾ ਰਾਜੀ ਰਹਿੰਦੇ ਵੀ ਜੋ ਉਹ ਕਰ ਰਿਹਾ ਭਲਾ ਹੀ ਕਰ ਰਿਹਾ। ਜੋ ਨੇ ਪਹਿਲਾਂ ਕੀਤਾ ਉਹ ਵੀ ਭਲਾ ਹੀ ਕੀਤਾ, ਜੋ ਹੁਣ ਕਰ ਰਿਹਾ ਉਹ ਵੀ ਭਲਾ ਹੀ ਕਰ ਰਿਹਾ, ਜੋ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਤੇ ਭਲਾ ਹੀ ਕਰੇਗਾ। ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਉਹਦੇ ਤੋਂ ਕਦੇ ਬੁਰਾ ਨਹੀਂ ਹੁੰਦਾ। ਹੋਵਤ ਮਿਟਾਏ ਕਿ ਤਰਕ ਬਖਾਨੇ, ਕਹਿੰਦੇ ਪ੍ਰਮਾਤਮਾ ਦੇ ਕੀਤੇ ਵਿੱਚ ਤਰਕ ਕਰਕੇ ਉਹਨੂੰ ਕੋਈ ਮਿਟਾਵੇ, ਇਹ ਮਨਮੁਖ ਦਾ ਕਰਮ ਹੈ, ਗੁਰਮੁਖ ਦਾ ਧਰਮ ਨਹੀਂ। ਜਥਾ ਕਰੇ ਪ੍ਰਭ ਪਿਖਹਰ ਖੰਤੇ, ਗੁਰਮੁਖ ਦੀ ਤਾਂ ਇਹ ਅਵਸਥਾ ਹੈ ਕਿ ਜਿਵੇਂ ਪਰਮੇਸ਼ਰ ਕਰੇ ਉਹਦੀ ਕੀਤੀ ਵਿੱਚ ਸਦਾ ਪ੍ਰਸੰਨ ਰਹਿਣਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਏਦਾਂ ਗੁਰਮੁਖ ਵਾਹਿਗੁਰੂ ਪਰਮੇਸ਼ਰ ਦੀ ਕੀਤੀ ਨੂੰ ਭਲਾ ਕਰਕੇ ਮੰਨੇ। ਨੈ ਤਰਕੇ ਕਹਿ ਨਾ ਮਿਟੰਤੇ, ਕਦੇ ਉਹਦੀ ਕੀਤੀ ਤੇ ਤਰਕ ਨਾ ਕਰੇ, ਕਹਿ ਕੇ ਕਦੇ ਨਾ ਮਿਟਾਵੇ ਰੱਬ ਨੇ ਆਹ ਗਲਤ ਕੀਤਾ ਹੈ। ਪਰਮੇਸ਼ਰ ਜੋ ਕਰਦਾ ਭਲਾ ਹੀ ਕਰਦਾ ਹੈ। ਸੋ ਗੁਰਮੁਖ ਸੁਖ ਪ੍ਰਾਪਤ ਹੋਏ, ਜਿਹੜੇ ਗੁਰਮੁਖ ਇੰਜ ਦੀ ਅਵਸਥਾ ਬਣਾ ਕੇ ਰੱਖਦੇ ਨੇ ਉਹੀ ਪਰਮਾਰਥ ਨੂੰ ਪ੍ਰਾਪਤ ਕਰਦੇ ਹਨ। ਸੰਕਟ ਸਏ ਨਾ ਲੋਕੋਂ ਦੋਏ, ਉਹ ਦੋਨਾਂ ਜਹਾਨਾਂ 'ਚ ਫਿਰ ਸੰਕਟ ਨਹੀਂ ਸਹਿੰਦੇ, ਇਸ ਲੋਕ ਪਰਲੋਕ ਦੋਹਾਂ ਜਹਾਨਾਂ 'ਚੋਂ ਸੁਰਖਰੂ ਹੋ ਜਾਂਦੇ ਹਨ। ਤੂੰ ਕਰ ਬੇਚਿਤ ਚਹਿਤ ਆਹਾਰੇ, ਭਾਈ ਜੀਵਾ ਜੀ, ਤੁਸੀਂ ਭੋਜਨ ਹੀ ਤਿਆਰ ਕਰਨਾ, ਤੁਸੀਂ ਆ ਜਲ ਪਾਣੀ ਲੰਗਰ ਪ੍ਰਸ਼ਾਦਾ ਹੀ ਤਿਆਰ ਕਰਨਾ। ਘਟੀ ਚਾਰ ਕਰ ਲਿਓ ਪਿਛਾਰੇ, ਨਹੀਂ ਹਨੇਰੀ ਰੁਕਦੀ, 4 ਘੜੀਆਂ ਉਡੀਕ ਲੋ, ਥੰਮ ਜਾਏਗੀ, ਰੁਕਣੀ ਤਾਂ ਹੈ ਹੀ ਹੈ ਨਹੀਂ। 4 ਘੜੀਆਂ ਬਾਅਦ ਤਿਆਰ ਕਰ ਲਿਓ। ਹਟੇ ਨਾ ਜੇ ਪ੍ਰਭਾਤ ਕਰ ਲੀਜੇ, ਨਾ ਹਟੇਗੀ ਹਨੇਰੀ, ਸਵੇਰੇ ਬਣਾ ਲਈ ਪ੍ਰਸ਼ਾਦਾ, ਇੱਕ ਰਾਤ ਨਾ ਛਕਾਂਗੇ ਭੋਜਨ। ਮਹਾਰਾਜ ਜੀ ਕਹਿੰਦੇ ਵੀ ਜੇ ਨਾ ਹਟੀ, 4 ਘੜੀਆਂ ਉਡੀਕ ਲਾ, ਨਾ ਹਟੀ, ਜੇ ਰਾਤ ਵੀ ਚੱਲਦੀ ਰਹੀ ਤੇ ਸਵੇਰੇ ਪੱਕ ਜਾਏਗਾ ਭੋਜਨ। ਰੱਬ ਦੀ ਕੀਤੀ ਤੇ ਕਿਉਂ ਕਿੰਤੂ ਕਰਨਾ ਭਾਈ? ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਦੇ ਵਿੱਚ ਕਿਉਂ ਵਿਘਨ ਪਾਉਣਾ? ਧਰੋ ਨ ਚਿੰਤਾ ਆਨੰਦ ਕੀਜੈ, ਭਾਈ ਜੀਵਾ ਜੀ ਆਨੰਦ ਚ ਰਹੋ, ਚਿੰਤਾ ਨਾ ਕਰੋ, ਫਿਕਰ ਨਾ ਕਰੋ ਪ੍ਰਸ਼ਾਦੇ ਪਾਣੀ ਦਾ। ਸਤਿਗੁਰ ਅਰ ਪ੍ਰਭੂ ਜਥਾ ਰਜਾਏ, ਇਹ ਪਰਮੇਸ਼ਰ ਤਾਂਬੇ ਦੀ ਧਰਤੀ ਤੇ ਪੈਦਾ ਹੋਇਓ ਨਾ, ਸੱਪਾਂ ਨੂੰ ਭੋਜਨ ਦੇ ਰਿਹਾ, ਤੇ ਅਸੀਂ ਤਾਂ ਉਹਦੀ ਧਰਤੀ ਤੇ ਉਸ ਧਰਤੀ ਤੇ ਬੈਠੇ ਆ ਜਿੱਥੇ ਖੇਤੀ ਵੀ ਹੁੰਦੀ ਹੈ, ਜਿੱਥੇ ਦੁਕਾਨਾਂ ਵੀ ਨੇ, ਜਿੱਥੇ ਵਪਾਰ ਵੀ ਹੁੰਦਾ ਹੈ।
ਪ੍ਰਮਾਤਮਾ ਤਾਂ ਜੀਵਾਂ ਨੂੰ ਉੱਥੇ ਵੀ ਰੋਟੀ ਦੇ ਰਿਹਾ ਜਿੱਥੇ ਨਾ ਖੇਤੀ ਹੈ, ਨਾ ਕੋਈ ਦੁਕਾਨ ਚੱਲਦੀ ਹੈ, ਨਾ ਕੋਈ ਵਪਾਰ ਹੁੰਦਾ। ਇਸ ਕਰਕੇ ਚਿੰਤਾ ਛੱਡੋ ਭਾਈ ਜੀਵਾ ਜੀ ਔਰ ਆਨੰਦ ਵਿੱਚ ਰਹੋ। ਤਿਸ ਪਰ ਰਾਜੀ ਰਹਿਣ ਸਦਾਏ। ਪਰਮੇਸ਼ਰ ਦੀ ਰਜ਼ਾ ਵਿੱਚ ਰਾਜੀ ਰਹਿਣਾ ਚਾਹੀਏ, ਉਹਦੇ ਹੁਕਮ ਦੇ ਵਿੱਚ ਉਹਦੀ ਰਜ਼ਾ ਵਿੱਚ ਪ੍ਰਸੰਨ ਰਹਿਣਾ ਚਾਹੀਏ। ਮੁੱਖ ਧਰਮ ਸਿੱਖੀ ਕੋ ਇਹੀ। ਸਿੱਖੀ ਦਾ ਸਭ ਤੋਂ ਪ੍ਰਮੁੱਖ ਧਰਮ ਇਹੀ ਹੈ, ਆਪਣੇ ਮਾਲਕ ਦੀ ਰਜ਼ਾ ਵਿੱਚ ਰਹਿਣਾ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਗੁਰਸਿੱਖੀ ਦਾ ਇਹ ਪ੍ਰਮੁੱਖ ਧਰਮ ਹੈ, ਆਪਣੇ ਮਾਲਕ ਦੀ ਰਜ਼ਾ ਵਿੱਚ ਉਹਦੇ ਭਾਣੇ ਵਿੱਚ ਰਹਿਣਾ। ਜੋ ਧਾਰੇ ਸਿੱਖ ਗੁਰੂ ਸਨੇਹੀ। ਜਿਹੜੇ ਗੁਰੂ ਦੇ ਭਾਣੇ ਨੂੰ ਸਤ ਕਰਕੇ ਮੰਨਦੇ ਨੇ ਉਹੀ ਗੁਰੂ ਨਾਲ ਸਨੇਹ ਕਰਦੇ ਨੇ। ਜਿਮ ਪਤ ਬ੍ਰਤਾ ਇਸਤਰੀ ਲੱਛਣ। ਜਿਵੇਂ ਪਤ ਵਰਤਾ ਇਸਤਰੀ ਦੇ ਲੱਛਣ ਹੁੰਦੇ ਨੇ। ਪਤੀ ਆਗਿਆ ਮੈਂ ਸੁਖੀ ਵਿਚਛਨ। ਕੀ ਲੱਛਣ ਹੁੰਦੇ ਨੇ ਪਤ ਵਰਤਾ ਇਸਤਰੀ ਦੇ? ਉਹ ਆਪਣੇ ਪਤੀ ਦੀ ਆਗਿਆ ਵਿੱਚ ਸੁਖ ਮਨਾਉਂਦੀ ਹੈ, ਆਪਣੇ ਪਤੀ ਦੀ ਆਗਿਆ ਵਿੱਚ ਚੱਲਦੀ ਹੈ। ਪ੍ਰਭ ਆਗਿਆ ਮੈਂ ਤਥਾ ਸਦੀਵਾ। ਤਾਂ ਜਿਹੜੇ ਗੁਰਮੁਖ ਨੇ ਉਹ ਆਪਣੇ ਪਰਮੇਸ਼ਰ ਦੀ ਆਗਿਆ 'ਚ ਸਦਾ ਚੱਲਦੇ ਨੇ। ਰਹੋ ਰਾਜੀ ਬਨ ਗੁਰਮੁਖ ਜੀਵਾ। ਗੁਰਮੁਖ ਬਣ ਕੇ ਭਾਈ ਜੀਵਾ ਜੀ ਜੀਵੋ, ਰੱਬੀ ਰਜ਼ਾ ਵਿੱਚ ਰਾਜੀ ਬਣ ਕੇ ਰਹੋ। ਜਪ ਤਪ ਵਰਤ ਦਾਨ ਫਲ ਸਾਰੇ। ਜਪ ਕਰਨੇ, ਵਰਤ ਰੱਖਣੇ, ਦਾਨ ਪੁੰਨ, ਜਿੰਨੇ ਵੀ ਨਾ ਕਰਮਾਂ ਦੇ ਫਲ ਨੇ, ਇਸ ਤੇ ਪ੍ਰਾਪਤ ਹੋਏ ਸੁਖਾਰੇ। ਜਦੋਂ ਪਰਮੇਸ਼ਰ ਦੇ ਹੁਕਮ 'ਚ ਚੱਲੋਗੇ ਤਾਂ ਉਹਦੇ ਹੁਕਮ 'ਚ ਹੀ ਚੱਲਿਆ ਇਹ ਸਭ ਕੁਝ ਇਹਨਾਂ ਸਾਰਿਆਂ ਦਾ ਫਲ ਪ੍ਰਾਪਤ ਹੋ ਜਾਵੇਗਾ। ਸਿਮਰੋ ਸਤ ਨਾਮ ਕਰ ਪ੍ਰੀਤ। ਔਰ ਪ੍ਰੇਮ ਸਹਿਤ ਪਰਮੇਸ਼ਰ ਦੇ ਸੱਚੇ ਨਾਮ ਨੂੰ ਜਪੋ। ਤਿਆਗੋ ਤਨ ਹੰਤਾ ਇਮਨੀਤ। ਆਪਣੇ ਸਰੀਰ ਦੀ ਹੰਗਤਾ ਨੂੰ ਨਿਤ ਤਿਆਗੋ ਸਿਮਰਨ ਵਿੱਚ ਪ੍ਰੀਤ ਪਾ ਕੇ। ਬ੍ਰਹਮ ਗਿਆਨ ਤਬ ਪਾਏ ਸੁਖੇਨ। ਭਾਈ ਜੀਵਾ ਜੀ ਜਦੋਂ ਇਹ ਸਾਧਨਾ ਕਰੋਗੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਵੋਗੇ। ਜਨਮ ਮਰਨ ਪੁਨ ਬਨੇ ਕਦੇ ਨਾ। ਮੁੜ ਕੇ ਜਨਮ ਮਰਨ ਦੇ ਚੱਕਰਾਂ 'ਚ ਨਹੀਂ ਪੈਣਾ ਪਵੇਗਾ। ਸੁਨ ਜੀਵੇ ਤਬ ਬੰਧਨ ਕਰੀ। ਪਾਤਸ਼ਾਹ ਦੇ ਬਚਨ ਸੁਣ ਕੇ ਭਾਈ ਜੀਵਾ ਜੀ ਨੇ ਬੰਦਨਾ ਕੀਤੀ। ਸਤਿਗੁਰ ਸੀਖ ਭਲੀ ਉਰ ਤਰੀ। ਸਤਿਗੁਰਾਂ ਦੀ ਇਸ ਪਰਮ ਸਿੱਖਿਆ ਨੂੰ ਆਪਣੇ ਹਿਰਦੇ 'ਚ ਭਲਾ ਜਾਣ ਕੇ ਵਸਾ ਲਿਆ। ਕੋ ਇੱਕ ਦਿਨ ਮੈਂ ਗਿਆਨੀ ਹੋਆ। ਕੁਝ ਦਿਨਾਂ 'ਚ ਹੀ ਭਾਈ ਜੀਵਾ ਜੀ ਸਾਧਨਾ ਕਰਦਿਆਂ, ਸੱਚੇ ਨਾਮ ਦੀ ਕਮਾਈ ਕਰਦਿਆਂ ਆਤਮ ਗਿਆਨੀ, ਬ੍ਰਹਮ ਗਿਆਨੀ, ਮਹਾਂਪੁਰਸ਼ ਗੁਰਸਿੱਖ ਹੋ ਗਏ। ਏਕੋ ਰੂਪ ਸਰਬ ਮੈਂ ਜੋਆ। ਸਭ ਵਿੱਚ ਇੱਕ ਪਰਮਾਤਮਾ ਦੀ ਜੋਤ ਨੂੰ ਹੀ ਵੇਖਣ ਲੱਗੇ। ਜੀਵਤ ਰਿਓ ਕਰੀ ਗੁਰ ਸੇਵਾ। ਜਿੰਨਾ ਚਿਰ ਭਾਈ ਜੀਵਾ ਜੀ ਜਿਉਂਦੇ ਰਹੇ ਸਤਿਗੁਰਾਂ ਦੀ ਸੇਵਾ ਕਰਦੇ ਰਹੇ। ਤਨ ਤਜ ਲੈ ਹੋਏ ਬ੍ਰਹਮ ਅਭੇਵਾ। ਅਖੀਰ ਤਨ ਨੂੰ ਤਜ ਕੇ ਬ੍ਰਹਮ ਵਿੱਚ ਅਭੇਦ ਹੋਏ। ਐਸੇ ਮਹਾਂਪੁਰਸ਼ ਭਾਈ ਜੀਵਾ ਜੀ ਦੇ ਚਰਨਾਂ ਤੇ ਨਮਸਕਾਰ ਹੈ, ਜਿਨ੍ਹਾਂ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਕਰਕੇ ਪਰਮਾਰਥ ਦੀ ਖੇਡ ਨੂੰ ਜਾਣਨਾ ਕੀਤਾ। ਹੋਰ ਮਹਾਂਪੁਰਸ਼ਾਂ ਗੁਰਸਿੱਖਾਂ ਦਾ ਅੱਗੇ ਜ਼ਿਕਰ ਆ ਰਿਹਾ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਪੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਤ ਹੇ ਗੋਬਿੰਦ ਹੈ ਗੁਣ ਨਿਧਾਨ ਕੀ ਸਦਾ ਬਬੇਦ ਹੇ ਅਪਰੰਪਰ ਹਰ ਹਰੇ ਹੇ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤੇ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰਿ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰਿ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।